ਗੁਰੂ। ਸੁਰਤ ਨੂੰ ਜੋੜੀਏ ਸਭ ਤੋਂ ਪਹਿਲਾਂ ਜੀ। ਸਾਰਿਆਂ ਨੂੰ ਬੇਨਤੀ ਆ, ਸਭ ਤੋਂ ਪਹਿਲਾਂ ਸਿਮਰਨ ਕਰੀਏ ਤਾਂ ਜੋ ਜਿਹੜਾ ਸਾਡਾ ਮਨ ਖੰਡਾ ਦੇ ਵਿੱਚ ਹੈ, ਘਰ ਦੇ ਵਿੱਚ ਹੈ, ਜਿਹੜੇ ਕੰਮ ਧੰਦੇ ਸਾਂਭ ਕੇ ਆਏ ਕਿਤੇ ਉੱਥੇ ਨਾ ਮਨ ਭਟਕਦਾ ਰਹਿ ਜੇ। ਸਾਰੇ ਹੀ ਰਸਨਾ ਤੋਂ ਰਸਨਾ ਨੂੰ ਪਵਿੱਤਰ ਕਰੀਏ। ਸਾਰੇ ਜਪੀਏ ਜੀ ਵਾਹਿਗੁਰੂ 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 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਰਤਾ ਮਰਤਾ ਜਗ ਮੁਆ, ਮਰ ਭੇ ਨਾ ਜਾਣੈ ਕੋਇ। ਐਸੀ ਮਰਨੀ ਜੋ ਮਰੈ, ਬਹੁਰ ਨਾ ਮਰਨਾ ਹੋਏ। क्या जाना किब मरेंगे, कैसा मरना होए।
ਭਾਈ ਨੰਦ ਲਾਲ ਜੀ ਹੋਰ ਵੀ ਜੋ ਗੁਰੂ ਪਾਤਸ਼ਾਹ ਦੇ 52 ਕਵੀ ਸਨ, ਉਹਨਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਬਹੁਤ ਕੁਝ ਲਿਖਿਆ। ਜੋਗੀ ਅੱਲਾ ਯਾਰ ਖਾਨ ਜੀ ਕਹਿੰਦੇ ਮੈਂ ਗੁਰੂ ਕਲਗੀਧਰ ਪਾਤਸ਼ਾਹ ਦੀ ਸਿਫਤ ਨਹੀਂ ਕਰ ਸਕਦਾ। ਕਹਿੰਦੇ ਭਾਵੇਂ ਮੇਰੇ ਹੱਥ ਦੇ ਵਿੱਚ ਬੜੀ ਵੱਡੀ ਕਲਮ ਹੈ, ਭਾਵੇਂ ਮੇਰੇ ਕੋਲ ਸ਼ਬਦਾਂ ਦਾ ਭੰਡਾਰ ਬਹੁਤ ਹੈ, ਪਰ ਫਿਰ ਵੀ ਮੈਂ ਇਹ ਗੱਲ ਕਹਿ ਸਕਦਾ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਕੋਈ ਸਾਨੀ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਕਿਸੇ ਨਾਲ ਤੁਲਨਾ ਕਰਕੇ, ਵਡਿਆਈ ਕਰਕੇ ਪੂਰਨ ਤੌਰ ਤੇ ਉਸਤਤ ਨਹੀਂ ਕੀਤੀ ਜਾ ਸਕਦੀ। ਕਹਿੰਦੇ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ, जितनी भी हो तारीफ वो गोबिंद की कम है। भावे कहते मेरे हाथ के विच बड़ी बड़ी कलम है और गुरु कलगीधर पातशाह जी की सिफत केवल एक विद्वान ने नहीं लिखी, दुनिया के अनेकों फिलासफर ने गुरु कलगीधर पातशाह जी की सिफत के विच बहुत कुछ लिखा। पर हकीम योगी अल्लाह यार खान जी लिखते जिन्नी भी की जाए वो घट है, क्योंकि गुरु कलगीधर पातशाह ने आनंदपुर को छड्डिया ते एक नारा दिता सी, पंथ वसै मैं उजड़ा। दुनिया का हरेक जीव कहता मेरा घर वसे, मेरे घर में खुशहाली, मेरे घर में सुख आवे, मेरे बच्चे पढ़ जान, मेरे बच्चे कितने उच्चियां पदवियां ते पहुंचन। पर गुरु कलगीधर पातशाह कहते मैं उजड़ जावां दे पंथ वसे। है कोई साथी दुनिया दे विच कोई ऐसी तवारीख नहीं मिलती। आओ गुरु कलगीधर पातशाह जी की फतेह दे नाल सांझ पाइए। आगे आवत सिंह जो आवे वाहिगुरू जी की फतेह बुलावे। अपनी सुरत नूं जोड़ के भैणों वीरों अज आपां उन्हां सरहंद दीआं दीवारां दे नाल भी गल्लां करनियां है। अज चमकौर दी गली दे विच भी आपां वो सारा हाल देखना है कि किस तरह साडे बड़े बाबे ते किस तरह छोटे साहिबजादे जुल्म दे नाल टक्कर लैंदे हैं। आओ कुछ कहण तो पहलां गुरबख्शी फतेह नाल सांझ पाइए ते सारे ही गज के आखो जी वाहिगुरू जी का खालसा वाहिगुरू जी की फतेह। भाई साहब जी जड़ी तुकदा आप जी नूं पिछे पिछे दुकान होवे ते आपां कुछ लैण वास्ते भेजीए, पहली गल भेजण दा यतन नहीं करदे। कहंदे उम्र छोटी है, जे 10 दुस के भेज भी दईए ते जांदियां भुल भी जांदा। 7 साल की उम्र भावें अज आपां गल ये भी कह दिंदे आ जी बच्चे बड़े एडवांस हो गए है, नैट का युग है, पर जिस समय की आपां गल कर रहे हैं उस समय के बच्चे ते भावें अज दे बच्चों विच 7 साल की उम्र कोई बहुती वड्डी उम्र नहीं, 9 साल की उम्र कोई बहुती वड्डी नहीं है। पर जदों उन्हां दियां बाबियां दियां कहानियां सुनते हैं उदों साध संगत ये पता लग जाता है भी गुरमत दे विच सिख धर्म दे विच उम्र नूं पहल नहीं दिती गई। आपां इतिहास तो जाणू है, सारे सज्जन बैठे है। 7वें ते 8वें पातशाह गुरु हरकृष्ण महाराज किन्नी क उम्र है, बहुत छोटी उम्र है। सिख पंथ ने उम्र दे नाल नहीं तकाजा कीता, गुणा दे नाल कीता। गुण किन्ने हैं साध संगत जी, बेनती करांगा वीरां नूं बैठण दा यतन करो।
ਇਕਾਗਰਤਾ ਜਦੋਂ ਖਿੰਡ ਜਾਂਦੀ ਹੈ ਫਿਰ ਸਾਡਾ ਧਿਆਨ ਵੀ ਭਟਕ ਜਾਂਦਾ ਹੈ ਤੇ ਗੁਰੂ ਦੀ ਸ਼ਬਦ ਦੀ ਵਿਚਾਰ ਇਤਿਹਾਸ ਦੀ ਤਵਾਰੀਖ ਵਾਲੇ ਪਾਸੇ। ਸਾਧ ਸੰਗਤ ਜੀ, ਬੇਨਤੀ ਕਰ ਰਿਹਾ ਸੀ ਵੀ ਸਿੱਖ ਧਰਮ ਦੇ ਵਿੱਚ ਸਾਡੇ ਇਸ ਮਜ਼ਹਬ ਦੇ ਵਿੱਚ ਗੁਣ ਵੇਖੇ ਗਏ ਨੇ। ਗੁਣ ਬਾਬੇ ਨਾਨਕ ਨੇ ਗੁਣ ਵੇਖੇ। ਜੇਕਰ ਗੁਣ ਪੁੱਤਰਾਂ ਵਿੱਚ ਹੁੰਦੇ ਤੇ ਸ਼ਾਇਦ ਗੁਰਤਾ ਗੱਦੀ ਪੁੱਤਰਾਂ ਨੂੰ ਦੇ ਦਿੱਤੀ ਜਾਂਦੀ। ਗੁਣ ਭਾਈ ਲਹਿਣਾ ਦੇ ਵਿੱਚ ਸਨ। ਭਾਈ ਲਹਿਣੇ ਨੂੰ ਆਪਣਾ ਅੰਗ ਬਣਾ ਕੇ ਜਾਣਿਆ ਤੇ ਅੰਗਦ ਨਾਮ ਰੱਖ ਦਿੱਤਾ। ਗੱਲ ਇੱਥੇ ਗੁਰੂ ਬਾਬੇ ਦੇ ਘਰ ਗੁਣਾਂ ਦੀ ਹੁੰਦੀ ਹੈ। ਜਿਹਦੇ ਵਿੱਚ ਗੁਣ ਹੈ, ਜਿਹਦੇ ਵਿੱਚ ਸਪਿਰਟ ਹੈ, ਜਿਹਦੇ ਵਿੱਚ ਸੱਚ ਹੈ। ਤੇ ਸਾਧ ਸੰਗਤ, ਅੱਜ ਉਹਨਾਂ ਸੱਚ ਤੇ ਚੱਲਣ ਵਾਲੇ ਬਾਬਿਆਂ ਦੀ ਗੱਲ ਕਰਨੀ। ਵਾਹਿਗੁਰੂ 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 ਵਾਹਿਗੁਰੂ। ਵਣਜ ਕਰੋ ਵਾਪਾਰਿਓ, ਵਣਜ ਕਰੋ ਵਾਪਾਰਿਓ, ਵਣਜ ਕਰੋ, ਵਣਜ ਕਰੋ ਵਾਪਾਰਿਓ। ਵੱਖਰ ਲਿਹੋ ਸੰਭਾਲ, ਵੱਖਰ ਲਿਹੋ ਸੰਭਾਲ, ਵੱਖਰ ਲਿਹੋ ਸੰਭਾਲ। ਤੈਸੀ ਵਸਤ ਵਿਸਾਹੀਐ, ਤੈਸੀ ਵਸਤ ਵਿਸਾਹੀਐ। ਜੈਸੀ ਨਿਭੈ ਨਾਲ, ਜੈਸੀ ਨਿਭੈ ਨਾਲ, ਜੈਸੀ ਨਿਭੈ ਨਾਲ। ਬੰਦਾ ਉਹ ਚੀਜ਼ ਇਕੱਠੀ ਕਰਦਾ ਜਿਹੜੀ ਨਾਲ ਨਿਭਣ ਵਾਲੀ ਹੋਵੇ, ਕੰਮ ਦੀ ਹੋਵੇ। ਆਪਾਂ ਘਰ ਦੇ ਵਿੱਚ ਵੀ ਕੋਈ ਚੀਜ਼ ਰੱਖਦੇ ਆ ਨਾ, ਕਹਿੰਦੇ ਜਿਹੜੀ ਕੰਮ ਦੀ ਉਹ ਕੋਲ ਰੱਖੋ, ਫਾਲਤੂ ਰੱਖਣ ਦੀ ਲੋੜ ਨਹੀਂ। ਬਾਬੇ ਦੀ ਬਾਣੀ ਨੇ ਵੀ ਆਖਿਆ ਕੰਮ ਦੀ ਗੱਲ ਕੋਲ ਰੱਖਿਆ ਕਰ, ਬਹੁਤੀ ਐਵੇਂ ਪੰਡ ਨਾ ਬੰਨਿਆ ਕਰੀਏ। ਕਈ ਵਾਰ ਨਾ ਗੱਲ ਭਾਵੇਂ ਅਗਲੇ ਪਿੰਡਾਂ ਦੀ ਹੋਵੇ ਕਿ ਅਗਲੀ ਰਿਸ਼ਤੇਦਾਰੀ ਵਿੱਚ ਹੋ ਰਹੀ ਹੋਵੇ, ਆਪਾਂ ਪਹਿਲਾਂ ਹੀ ਕੰਨ ਕੱਸ ਲੈਨੇ, ਹਾਂ ਕਿਹਦੀ ਗੱਲ ਹੋ ਰਹੀ ਹੈ। ਉਹ ਸਾਡੇ ਕੋਲੋਂ ਤੇ ਆਪਣਾ ਆਪ ਹੀ ਸਾਂਭਿਆ ਜਾਵੇ, ਇੰਨਾ ਹੀ ਬੜਾ ਹੈ। ਤੇ ਵੈਸੇ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਫਿਤਰਤ ਹੈ ਵੀ ਲੋਕ ਔਗਣਾਂ ਦੀ ਗੰਢ ਜ਼ਿਆਦਾ ਬੰਨੀ ਜਾਂਦੇ ਆ। ਕਿਸੇ ਮਨੁੱਖ ਦੇ ਵਿੱਚ ਔਗਣ ਹੋਣਗੇ ਨਾ, ਸਭ ਤੋਂ ਪਹਿਲਾਂ ਬੰਦਾ ਉਹਦੇ 100 ਗੁਣਾਂ ਨੂੰ ਛੱਡ ਕੇ ਪਹਿਲੀ ਉਂਗਲ ਉਹਦੇ ਔਗਣ ਤੇ ਚੁੱਕਦਾ। ਮੈਂ ਨਹੀਂ ਕਹਿ ਰਿਹਾ, ਬਾਬੇ ਦੀ ਬਾਣੀ ਦਾ ਬਚਨ ਹੈ, ਲੋਕ ਆਵਗੁਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਈ। ਗੁਣ ਵੱਲ ਕੋਈ ਵਿਰਲਾ ਹੀ ਝਾਤੀ ਮਾਰਦਾ। ਗੁਣ ਵੇਖੇ ਸਨ ਮੇਰੇ ਬਾਬੇ ਨਾਨਕ ਨੇ, ਗੁਰੂ ਕਲਗੀਧਰ ਪਾਤਸ਼ਾਹ ਨੇ। ਜਿਹਦੇ ਵਿੱਚ ਗੁਣ ਸਨ, ਉਹਦਾ ਮਜ਼ਹਬ ਨਹੀਂ ਦੇਖਿਆ, ਉਹਦੀ ਜਾਤ ਨਹੀਂ ਦੇਖੀ, ਉਹਦਾ ਧਰਮ ਨਹੀਂ ਦੇਖਿਆ, ਉਹਨੂੰ ਐਕਸੈਪਟ ਕਰਕੇ ਸੀਨੇ ਦੇ ਨਾਲ ਲਾਇਆ। ਨਹੀਂ ਤੇ ਸੰਸਾਰ ਦੇ ਵਿੱਚ ਉਸ ਵਕਤ ਦੇ ਹਾਲਾਤ ਵੇਖੋ। ਅੱਜ ਵੀ ਜਿਹੜਾ ਜਨੇਊ ਬ੍ਰਾਹਮਣ ਨੂੰ ਪਹਿਨਾਇਆ ਜਾਂਦਾ, ਉਹ ਖੱਤਰੀ ਨੂੰ ਨਹੀਂ ਪਹਿਨਾਇਆ ਜਾਂਦਾ। ਖੱਤਰੀ ਵਾਸਤੇ ਕੋਈ ਜਨੇਊ ਹੋਰ ਹੈ, ਬ੍ਰਾਹਮਣ ਵਾਸਤੇ ਕੋਈ ਜਨੇਊ ਹੋਰ ਹੈ। ਸ਼ੂਦਰ ਨੂੰ ਤੇ ਪਹਿਨਾਇਆ ਹੀ ਨਹੀਂ ਜਾਂਦਾ। ਪਰ ਬਾਬੇ ਦੀ ਐਸੀ ਕਰਾਮਾਤ, ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜਦੋਂ ਸਾਧ ਸੰਗਤ ਕੇਸਗੜ੍ਹ ਸਾਹਿਬ ਦੇ ਸਥਾਨ ਤੇ ਆਨੰਦਪੁਰ ਦੀ ਧਰਤੀ ਤੇ ਖਾਲਸੇ ਦੀ ਸਾਜਨਾ ਕਰਦੇ ਆ, ਖੰਡੇ ਬਾਟੇ ਦਾ ਪਿਆਲਾ ਤਿਆਰ ਕਰਦੇ ਆ, ਉਸ ਵਕਤ ਬਾਬੇ ਨੇ ਇਹ ਆਵਾਜ਼ ਨਹੀਂ ਮਾਰੀ ਵੀ ਆ ਜਾਤੀ ਵਾਲਾ ਆ ਜਾ, ਸਾਰੇ ਆ ਗਏ। ਤੇ ਸਾਡਾ ਜਿਹੜਾ ਸਿਧਾਂਤ ਹੈ ਉਹ ਸਰਬ ਸਾਂਝੀਵਾਲਤਾ ਦਾ ਸਿਧਾਂਤ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌ ਵਰਨਾ ਕੋ ਸਾਂਝਾ। ਤੇ ਬਾਬੇ ਨੇ ਆਖਿਆ ਤੂੰ ਖੱਟਣਾ ਕੀ ਹੈ, ਤੂੰ ਕਮਾਉਣਾ ਕੀ ਹੈ, ਜ਼ਿੰਦਗੀ ਵਿੱਚ ਪੱਲੇ ਕੀ ਬੰਨਣਾ ਹੈ ਤੇ ਜ਼ਿੰਦਗੀ ਵਿੱਚ ਛੱਡਣਾ ਕੀ ਹੈ। ਅਸੀਂ ਸੱਚ ਨੂੰ ਪੱਲੇ ਬੰਨਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਸੱਚ ਨੂੰ ਪੱਲੇ ਬੰਨਿਆ। ਆਪਣੇ ਸੁਪੁੱਤਰਾਂ ਨੂੰ ਸੱਚ ਤੇ ਚੱਲਣ ਦਾ ਜਿਹੜਾ ਉਹੀ ਸੰਦੇਸ਼ ਉਸ ਮਾਰਗ ਦੇ ਪਾਂਧੀ ਬਣਾਇਆ।
ਸੱਚ ਤੇ ਚੱਲਣ ਵਾਲਿਆਂ ਵਾਸਤੇ ਚੁਣੌਤੀਆਂ ਵੀ ਬਹੁਤ ਹੈ। ਸੱਚ ਤੇ ਚੱਲਣ ਵਾਲਿਆਂ ਵਾਸਤੇ ਵਿਪਤਾ ਮੁਸ਼ਕਲਾਂ ਬਹੁਤ ਹੈ, ਪਰ ਜਿਹੜਾ ਸੱਚ ਤੇ ਚੱਲਦਾ ਏ ਸਾਧ ਸੰਗਤ ਜੀ, ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਵੀ ਉਹੀ ਸਫਲ ਹੁੰਦਾ ਏ। ਗੱਜ ਕੇ ਆਖੋ ਸਤਨਾਮ ਸ਼੍ਰੀ। ਸੱਚ ਦੀ ਤਵਾਰੀਖ ਅੱਜ ਆਪਾਂ ਵਾਚ ਰਹੇ ਹਾਂ। ਸੱਚ ਦੇ ਉਹਨਾਂ ਬਾਬਿਆਂ ਨੂੰ ਜਿਨ੍ਹਾਂ ਨੇ ਸੱਚ ਦੇ ਮਾਰਗ ਤੇ ਚੱਲ ਕੇ ਸ਼ਹਾਦਤ ਦਾ ਜਾਮ ਪੀਤਾ। ਮੈਂ ਪਹਿਲਾਂ ਬੇਨਤੀ ਇਹ ਕਰ ਰਿਹਾ ਸੀ ਵੀ ਅਸੀਂ ਨਾ ਜਦੋਂ ਕੋਈ ਕੰਮ ਕਰਨਾ ਹੋਵੇ ਤੇ ਬਹੁਤਾ ਉਮਰਾਂ ਵੇਖਦੇ, ਉਮਰ ਕਿੰਨੀ ਕੁ ਹੈ, ਤੇ ਜਦੋਂ ਛੋਟੀ ਉਮਰ ਵਾਲਾ ਕੋਈ ਵੱਡੇ ਕੰਮ ਕਰ ਜਾਵੇ, ਨਿੱਕੀਆਂ ਜਿੰਦਾਂ ਤੇ ਵੱਡੇ ਸਾਕੇ, ਫਿਰ ਉੱਥੇ ਇੱਕ ਗੱਲ ਦੀ ਹੈਰਾਨੀ ਵੀ ਹੁੰਦੀ ਹੈ ਤੇ ਬੰਦਾ ਮੰਨਣ ਵਾਸਤੇ ਮਜਬੂਰ ਹੋ ਜਾਂਦਾ ਹੈ। ਸਾਡੇ ਇਤਿਹਾਸ ਦੇ ਵਿੱਚ ਕੁਝ ਐਸਾ ਹੈ। ਗੁਰੂ ਕਲਗੀਧਰ ਪਾਤਸ਼ਾਹ ਆਨੰਦਪੁਰ ਦੇ ਕਿਲੇ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਪ੍ਰਮਾਤਮਾ ਦੀ ਇਬਾਦਤ ਕਰਦੇ ਹੋਏ ਬੜੇ ਸੁਖੀ ਵਸ ਰਹੇ ਹੈ, ਪਰ ਮੁਗਲੇ ਹਕੂਮਤ ਤੇ ਪਹਾੜੀ ਰਾਜਿਆਂ ਨੂੰ ਗੁਰੂ ਕਲਗੀਧਰ ਪਾਤਸ਼ਾਹ ਦਾ ਹੱਸਦਾ ਵਸਦਾ ਇਹ ਪੰਥ ਚੰਗਾ ਨਾ ਲੱਗਾ, ਕਿਉਂਕਿ ਗੁਰੂ ਪਾਤਸ਼ਾਹ ਕ੍ਰਾਂਤੀ ਇਨਕਲਾਬ ਦੀ ਗੱਲ ਕਰਦੇ ਨੇ ਤੇ ਮੁਗਲੇ ਸਲਤਨਤ ਚਾਹੁੰਦੀ ਹੈ ਕਿ ਲੋਕਾਂ ਨੂੰ ਬੁੱਧੂ ਬਣਾ ਕੇ ਪਿੱਛੇ ਲਾਇਆ ਜਾਵੇ। ਸਰਕਾਰਾਂ ਦਾ ਕੰਮ ਹੀ ਇਹ ਹੁੰਦਾ, ਲੋਕਾਂ ਨੂੰ ਬੁੱਧੂ ਬਣਾ ਕੇ ਕਿਸੇ ਨਾ ਕਿਸੇ ਤਰੀਕੇ ਪਿੱਛੇ ਲਾਉਣਾ ਹੈ। ਇਹ ਬੁੱਧੂ ਬਣ ਕੇ ਸਾਡੀ ਗੁਲਾਮੀ ਕਰਦੇ ਰਹਿਣ। ਪਰ ਗੁਰੂ ਪਾਤਸ਼ਾਹ ਜੀ ਉੱਥੇ 52 ਕਵੀ ਜਿਹੜੇ ਗੁਰੂ ਪਾਤਸ਼ਾਹ ਦੇ ਹਨ, ਉਹ ਪੌਣਾ ਦੇ ਵਿੱਚ ਸ਼ਹਿਦ ਘੋਲ ਦਿੰਦੇ ਨੇ। ਇੰਨੀ ਹੈ, ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਇੱਕ ਪ੍ਰਮਾਤਮਾ ਦੀ ਗੱਲ ਕੀਤੀ। 52 ਕਵੀਆਂ ਨੇ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਸਿਫਤ ਦੇ ਵਿੱਚ ਗਜ਼ਲ ਉਚਾਰਨੀ ਭਾਈ ਨੰਦ ਲਾਲ ਜੀ ਵਰਗਿਆਂ ਨੇ। ਸ਼ਾਹੇ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਬਰਦੋ ਆਲਮ ਗੁਰੂ ਗੋਬਿੰਦ ਸਿੰਘ, ਇਹ ਜਿਹੜੀ ਆਪਾਂ ਗਜ਼ਲ ਪੜ੍ਹਦੇ ਆਂ ਭਾਈ ਨੰਦ ਲਾਲ ਜੀ ਦੀ ਲਿਖੀ ਹੋਈ ਹੈ। ਗੁਰੂ ਕਲਗੀਧਰ ਪਾਤਸ਼ਾਹ ਉੱਥੇ ਸੱਚ ਦਾ ਪਹਿਲੇ ਸਾਹਿਬਜ਼ਾਦਿਆਂ ਦਾ ਜਨਮ ਉੱਥੇ ਹੋਇਆ, ਪਰ ਛੱਡ ਕੇ ਚਲੇ ਜਾਣਾ ਹੈ। ਤੇ ਆਨੰਦਪੁਰ ਦੀਆਂ ਗਲੀਆਂ, ਆਨੰਦਪੁਰ ਦਾ ਜਰਾ ਜਰਾ ਪੁੱਛ ਰਿਹਾ ਹੈ, ਕਲਗੀ ਵਾਲੇ ਪਾਤਸ਼ਾਹ ਕਿੱਥੇ ਚੱਲਿਆ ਹੈ? ਕਲਗੀ ਵਾਲੇ ਪਾਤਸ਼ਾਹ ਕਹਿੰਦੇ, ਮੈਂ ਚੱਲਿਆ, ਪਰ ਮੇਰੀ ਇੱਕੋ ਹੀ ਅਰਦਾਸ ਹੈ, ਪੰਥ ਵਸੈ ਮੈਂ ਉਜੜਾਂ। ਸਾਰੇ ਕਹਿਣ ਲੱਗੇ, ਸਤਿਗੁਰੂ ਇਹ ਕੀ ਕਹਿ ਰਹੇ ਹੋ? ਕਹਿੰਦੇ, ਆਪਾਂ ਉਜੜ ਜਾਣਾ ਜਾਣਾ ਏ। ਇਹਨਾਂ ਜ਼ਾਲਮਾਂ ਨੇ ਸਾਡੇ ਨਾਲ ਹੋਰ ਵਧੀਕੀਆਂ ਕਰਨੀਆਂ। ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਆਨੰਦਪੁਰ ਸਾਹਿਬ ਦੀ ਸੇਵਾ ਸੰਭਾਲ ਕਿਹਨੂੰ ਸੌਂਪ ਕੇ ਜਾ ਰਹੇ ਜੋ? ਮਹਾਰਾਜ ਕਹਿੰਦੇ, ਆਨੰਦਪੁਰ ਦੀ ਸੇਵਾ ਸੰਭਾਲ ਵਾਸਤੇ ਕੌਣ ਤਿਆਰ ਹੈ ਬਈ? ਤੇ ਸਾਧ ਸੰਗਤ ਸਰਦਾਰ ਗੁਰਬਖਸ਼ ਸਿੰਘ ਉਦਾਸੀ ਸਾਧੂ ਖੜਾ ਹੋ ਗਿਆ। ਕਹਿਣ ਲੱਗਾ, ਸਤਿਗੁਰੂ ਮੈਂ ਸੇਵਾ ਕਰਾਂਗਾ, ਪਰ ਮੇਰੀ ਇੱਕ ਅਰਦਾਸ ਹੈ, ਤੁਹਾਡੇ ਦਰਸ਼ਨਾਂ ਤੋਂ ਬਗੈਰ ਮੇਰਾ ਮਨ ਤ੍ਰਿਪਤ ਨਹੀਂ ਹੁੰਦਾ। ਤੁਹਾਡੇ ਦਰਸ਼ਨਾਂ ਤੋਂ ਬਗੈਰ ਮੈਨੂੰ ਕਦੇ ਨੀਂਦ ਨਹੀਂ ਆਈ। ਕਲਗੀ ਵਾਲੇ ਪਾਤਸ਼ਾਹ, ਮੈਨੂੰ ਤੇ ਤੁਸੀਂ ਇਕੱਲਿਆਂ ਛੱਡ ਕੇ ਚਲੇ ਜਾਣਾ, ਮੈਂ ਸੇਵਾ ਸੰਭਾਲ ਕਰਾਂਗਾ, ਪਰ ਮੈਂ ਦਰਸ਼ਨ ਕਿਹਦੇ ਵਿੱਚੋਂ ਕਰਿਆ ਕਰਾਂਗਾ ਤੁਹਾਡੇ? ਸਾਧ ਸੰਗਤ, ਸਿੱਖ ਦਾ ਨਾ ਗੁਰੂ ਦੇ ਨਾਲ ਪ੍ਰੇਮ ਇੰਨਾ ਸੀ। ਇਤਿਹਾਸ ਕੋਈ ਵੀ ਪੜ੍ਹ ਕੇ ਵੇਖ ਲਵੋ, ਗੁਰੂ ਅਰਜਨ ਦੇਵ ਪਾਤਸ਼ਾਹ ਦੇ ਸਿੱਖਾਂ ਦਾ ਇਤਿਹਾਸ, ਬਾਬਾ ਬਿਧੀ ਚੰਦ ਜੀ ਵਰਗੇ ਗੁਰਸਿੱਖ ਜਾਂ ਹੋਰ ਜਰਨੈਲ ਗੁਰੂ ਤੋਂ ਕੁਰਬਾਨ ਜਾਂਦੇ ਸਨ। ਕੁਰਬਾਨ ਇਸ ਕਰਕੇ ਜਾਂਦੇ ਸਨ ਕਿਉਂਕਿ ਗੁਰੂ ਦੇ ਨਾਲ ਪ੍ਰੀਤ ਬੜੀ ਡੂੰਘੀ ਸੀ। ਕਿਹੋ ਜੀ ਪ੍ਰੀਤ ਸੀ? ਕਿਹੋ ਜੀ ਪ੍ਰੀਤ ਸੀ ਸਾਧ ਸੰਗਤ? ਜਿਵੇਂ ਇੱਕ ਭੌਰੇ ਦੀ ਫੁੱਲ ਦੇ ਨਾਲ ਹੁੰਦੀ ਹੈ, ਜਿਵੇਂ ਇੱਕ ਮੱਛੀ ਦੀ ਪਾਣੀ ਦੇ ਨਾਲ ਹੁੰਦੀ ਹੈ, ਇਦਾਂ ਦੀ ਪ੍ਰੀਤ ਗੁਰੂ ਚਰਨਾਂ ਦੇ ਨਾਲ ਸੀ ਭਾਈ ਗੁਰਬਖਸ਼ ਸਿੰਘ ਦੀ। ਆਖਿਆ, ਸਤਿਗੁਰੂ ਤੁਸੀਂ ਚਲੇ ਜਾਵੋਗੇ, ਮੇਰੇ ਮਨ ਦੇ ਵਿੱਚ ਲੋਚਾ ਆਈ ਹੋਈ ਆ ਵੀ ਮੈਨੂੰ ਤੁਹਾਡੇ ਦਰਸ਼ਨ ਹੋ ਜਾਣ। ਫਿਰ ਭਾਈ ਗੁਰਬਖਸ਼ ਸਿੰਘ ਨੇ ਹੱਥ ਜੋੜ ਕੇ ਬੰਨ ਕੇ ਅਰਦਾਸ ਕੀਤੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ,
ਬਿਲਪ ਕਰੈ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਮਾਲਕ ਜੀ ਤੁਹਾਡੇ ਦਰਸ਼ਨਾਂ ਤੋਂ ਬਗੈਰ ਨੀਂਦ ਨਹੀਂ ਆਉਣੀ। ਕਲਗੀ ਵਾਲੇ ਪਾਤਸ਼ਾਹ ਕਹਿੰਦੇ ਭਾਈ ਗੁਰਬਖਸ਼ ਸਿਆ ਪੜਦਾ ਏ ਕਿ ਜਾਹਰ ਜ਼ਹੂਰ ਹੈ ਸਦਾ ਅੰਗ ਸੰਗੇ। ਉਹ ਮਾਲਕ ਤੇਰੇ ਨਾਲ ਹੈ ਤੇ ਸੱਚ ਜਾਣੀ ਗੁਰੂ ਕਲਗੀਧਰ ਪਾਤਸ਼ਾਹ ਵੀ ਤੇਰੇ ਨਾਲ ਡਟ ਕੇ ਪਹਿਰਾ ਦੇਣਗੇ। ਆਨੰਦਪੁਰ ਦਾ ਕਿਲਾ ਛੱਡ ਦਿੱਤਾ ਸਤਿਗੁਰੂ ਨੇ। ਸਰਸਾ ਨਦੀ ਦੇ ਕੰਢੇ ਤੇ ਆ ਜਾਂਦਾ ਹੈ ਪਰਿਵਾਰ 3 ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਭਾਈ ਬਚਿੱਤਰ ਸਿੰਘ ਪਿੱਛੇ ਜ਼ਾਲਮ ਫੌਜਾਂ ਚੜ੍ਹਦੀਆਂ ਆਈਆਂ। ਸਰਸਾ ਨਦੀ ਦੇ ਕੰਢੇ ਤੇ ਆਣ ਕੇ ਕੀ ਨਹੀਂ ਸੀ ਖਜਾਇਆ? ਅੰਮ੍ਰਿਤ ਵੇਲਾ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਪ੍ਰਭਾਤ ਦਾ ਵੇਲਾ ਸਤਿਗੁਰੂ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਨੂੰ ਮਹਾਨਤਾ ਦਿੱਤੀ ਹੈ। ਅੱਜ ਸਿੱਖੋ ਅੰਮ੍ਰਿਤ ਵੇਲਾ ਸੰਭਾਲਿਆ ਜਾਂਦਾ ਕਿ ਨਹੀਂ? ਸਾਰੇ ਬੋਲ ਕੇ ਦੱਸਿਓ ਅੰਮ੍ਰਿਤ ਵੇਲੇ ਆਪਾਂ ਸਾਰੇ ਕੰਨੀ ਕਰਤਾ ਜਾਂਦੇ ਆ। ਅੰਮ੍ਰਿਤ ਵੇਲੇ ਸਾਨੂੰ ਨੀਂਦ ਜ਼ੋਰ ਪਾ ਲੈਂਦੀ ਹੈ। ਐਸੇ ਦਿਨਾਂ ਦੇ ਵਿੱਚ ਵੀ ਕਈ ਐਸੇ ਜੀਵ ਵੇਖੇ ਆ 12-12 ਵਜੇ ਤੱਕ 10-10 ਵਜੇ ਤੱਕ। ਬਾਬੇ ਦੀ ਬਾਣੀ ਤੇ ਕਹਿੰਦੀ ਪ੍ਰਭਾਤੇ ਉਠ ਨਾਮ ਜਪ, ਨਿਸ ਬਾਸੁਰ ਆਰਾਧ। ਦਿਨ ਵੇਲੇ ਵੀ ਰਾਤ ਵੇਲੇ ਵੀ ਅੰਮ੍ਰਿਤ ਵੇਲੇ ਤੇ ਰੱਬ ਦੇ ਨਾਲ ਜੁੜਿਆ ਹੀ ਕਰ। ਪਹਿਲੇ ਪੈਰ ਦੂਜੇ ਪੈਰ ਸਾਨੂੰ ਜੁੜਨਾ ਚਾਹੀਦਾ ਹੈ। ਇਹ ਅੰਮ੍ਰਿਤ ਵੇਲਾ ਹੈ। ਸਤਿਗੁਰੂ ਦੇ ਸਿੰਘਾਂ ਨੇ ਸਰਸਾ ਨਦੀ ਦੇ ਕੰਢੇ ਤੇ ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋਏ ਗੁਰੂ ਕਲਗੀਧਰ ਪਾਤਸ਼ਾਹ ਭਾਈ ਦਇਆ ਸਿੰਘ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ, ਭਾਈ ਬਚਿੱਤਰ ਸਿੰਘ ਵਰਗਿਆਂ ਨੂੰ ਆਖਦੇ ਆਸਾ ਕੀ ਵਾਰ ਬਾਣੀ ਦਾ ਪਾਠ ਸ਼ੁਰੂ ਕਰ ਦਿਓ। ਕੀਰਤਨ ਕੀਤਾ ਮਹਾਰਾਜ ਨੇ। ਪਿੱਛੇ ਜ਼ਾਲਮ ਫੌਜਾਂ ਚੜ੍ਹਦੀਆਂ ਆ ਰਹੀਆਂ ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਉੱਥੇ ਕੀਰਤਨ ਕਰ ਰਹੇ ਤੇ ਕੀ ਕਹਿ ਰਹੇ ਨੇ? ਸਤਿਗੁਰੂ ਪਾਤਸ਼ਾਹ ਕਹਿ ਰਹੇ ਨੇ ਬਲਿਹਾਰੀ ਗੁਰ ਆਪਣੇ ਦਿਵਹਾੜੀ ਸਦਵਾਰ। ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਣਾ, ਗੁਰੂ ਤੋਂ ਕੁਰਬਾਨ ਜਾਣਾ। ਕਿਉਂ ਕੁਰਬਾਨ ਜਾਣਾ? ਜਿਨ ਮਾਨਸ ਤੇ ਦੇਵ ਤੇ ਕੀਏ। ਕਿਉਂਕਿ ਸਾਧ ਸੰਗਤ ਗੁਰੂ ਦੇ ਵਿੱਚ ਐਸੀ ਕਲਾ ਹੈ ਵੀ ਗੁਰੂ ਮਨੁੱਖ ਤੋਂ ਦੇਵਤੇ ਬਣਾ ਦਿੰਦਾ। ਗੁਰੂ ਵਰਗਾ ਤੇ ਕੋਈ ਦੇਵਤਾ ਵੀ ਨਹੀਂ। ਗੁਰ ਜੈਸਾ ਨਾਹੀ ਕੋ ਦੇਵ। ਗੁਰੂ ਕਲਗੀਧਰ ਪਾਤਸ਼ਾਹ ਸਰਸਾ ਨਦੀ ਦੇ ਕੰਢੇ ਤੇ ਨੇ। ਵੇਖਦੇ ਆ ਵੀ ਮੀਂਹ ਪੈ ਰਿਹਾ ਏ, ਬਿਜਲੀ ਚਮਕਾਂ ਮਾਰ ਰਹੀ ਹੈ, ਤੇਜ ਤੇ ਤਿੱਖੜ ਜਿਹੜਾ ਏ ਨੇਰ ਝੁੱਲ ਰਿਹਾ ਏ। ਸਤਿਗੁਰੂ ਮਹਾਰਾਜ ਵੇਖਦੇ ਪਏ ਆ ਵੀ ਸਰਸਾ ਨਦੀ ਦਾ ਕਿਤੇ ਪਾਣੀ ਥੋੜਾ ਜਿਹਾ ਘਟ ਜਾਵੇ, ਸਰਸਾ ਨੂੰ ਪਾਰ ਕਰਨਾ ਸੌਖਾ ਹੈ। ਪਰ ਉਸ ਵਕਤ ਤੇ ਸਰਸਾ ਵੀ ਜੋਰਾਂ ਤੇ ਹੈ। ਜਿਵੇਂ ਸਤਿਗੁਰੂ ਪਾਤਸ਼ਾਹ ਨਾਲ ਪਤਾ ਨਹੀਂ ਉਹਦਾ ਕਦੋਂ ਦਾ ਵੈਰ ਹੋਵੇ। ਪਰ ਮੇਰੇ ਸਤਿਗੁਰੂ ਪਾਤਸ਼ਾਹ ਫਿਰ ਜਦੋਂ ਸਮਾਪਤੀ ਕਰਦੇ ਐ ਆਸਾ ਕੀ ਵਾਰ ਬਾਣੀ ਦੇ ਕੀਰਤਨ ਦੀ, ਤੇ ਜਦੋਂ ਸਤਿਗੁਰੂ ਪਾਤਸ਼ਾਹ ਸਰਸਾ ਨੂੰ ਪਾਰ ਕਰਨ ਲੱਗਦੇ ਐ ਤੇ ਸਰਸਾ ਦੀ ਭੇਟ ਸਾਧ ਸੰਗਤ ਬਹੁਤ ਕੁਝ ਚੜਿਆ। ਸਤਿਗੁਰੂ ਦਾ ਕੀਮਤੀ ਖਜ਼ਾਨਾ ਸਰਸਾ ਦੀ ਭੇਟ ਚੜ ਗਿਆ, ਰੁੜ ਕੇ ਲੈ ਗਈ ਸਰਸਾ। ਐਸਾ ਤੂਫਾਨ ਆਇਆ, ਐਸਾ ਝੱਖੜ ਚੱਲਿਆ ਕਿ ਸਤਿਗੁਰੂ ਪਾਤਸ਼ਾਹ ਜਿਹੜਾ ਪਰਿਵਾਰ ਸੀ ਇਕੱਠਾ ਸੀ ਪਰ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਗੁਰੂ ਕਲਗੀਧਰ ਪਾਤਸ਼ਾਹ, ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਅੱਗੇ ਚਲੇ ਜਾਂਦੇ ਆ ਰੋਪੜ ਵਾਲੇ ਪਾਸੇ ਨੂੰ। ਦੋਵੇਂ ਮਹਿਲਾਂ ਜੋ ਸਤਿਗੁਰੂ ਪਾਤਸ਼ਾਹ ਬਾਬਾ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਕੌਰ, ਭਾਈ ਉਦੈ ਸਿੰਘ ਇੱਕ ਪਾਸੇ ਉਹ ਦਿੱਲੀ ਨੂੰ ਚਲੇ ਜਾਂਦੇ ਆ ਤੇ ਸਾਧ ਸੰਗਤ ਛੋਟੇ ਫਰਜ਼ੰਦ ਮਾਤਾ ਗੁਜਰ ਕੌਰ ਤੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਇੱਕ ਪਾਸੇ ਚਲੇ ਜਾਂਦੇ। ਇਹੋ ਜਿਹਾ ਪਰਿਵਾਰ ਦਾ ਵਿਛੋੜਾ ਪਿਆ ਵੀ ਮੁੜ ਇਕੱਠੇ ਨਹੀਂ ਹੋ ਸਕੇ। ਪਿੱਛੇ ਜ਼ਾਲਮ ਫੌਜਾਂ ਹਲਕੇ ਕੁੱਤਿਆਂ ਵਾਂਗ ਟੁੱਟ ਕੇ ਪਈਆਂ ਹੋਈਆਂ ਨੇ। ਪਰ ਗੁਰੂ ਕਲਗੀਧਰ ਪਾਤਸ਼ਾਹ ਤੇ ਵੱਡੇ ਸਾਹਿਬਜ਼ਾਦੇ ਕੋਟਲਾ ਨਿਹੰਗ ਖਾਂ ਦੇ ਘਰ ਪਹੁੰਚਦੇ ਆ। ਮੁਸਲਮਾਨ ਹੈ ਕੋਟਲਾ ਨਿਹੰਗ ਖਾਂ। ਇਹਦੇ ਘਰ ਸਤਿਗੁਰੂ ਪਾਤਸ਼ਾਹ ਪਹਿਲਾਂ ਵੀ ਆ ਚੁੱਕੇ ਸਨ। ਇੱਕ ਵਾਰ ਪਟਨੇ ਧੋਂਦੇ ਹੋਏ ਆਏ, ਇੱਕ ਵਾਰ ਕੁਰਕਸ਼ੇਤਰ ਧੋਂਦੇ ਆਏ, ਇੱਕ ਵਾਰ ਮੇਰੇ ਗੁਰੂ ਪਾਤਸ਼ਾਹ ਕੋਟਲਾ ਨਿਹੰਗ ਖਾਂ ਦਾ ਪੁੱਤਰ ਜਿਹੜਾ ਅਮਾਨ ਖਾਂ ਸੀ ਉਹਦੇ ਵਿਆਹ ਤੇ ਆਏ। ਚੌਥੀ ਵਾਰ ਪਾਤਸ਼ਾਹ ਆਪਣੇ ਸਿੰਘਾਂ ਨੂੰ ਨਾਲ ਲੈ ਕੇ ਇਸ ਤਰ੍ਹਾਂ ਐਸੀ ਵਿਪਤਾ ਦੇ ਸਮੇਂ ਵਿੱਚ ਆਏ ਆ, ਕਿਉਂਕਿ ਵਿਪਤਾ ਦਾ ਸਮਾਂ ਹੈ। ਪਿੱਛੇ ਜ਼ਾਲਮ ਫੌਜਾਂ ਚੜੀਆਂ ਆ ਰਹੀਆਂ। ਕੋਟਲਾ ਨਿਹੰਗ ਖਾਂ ਨੇ ਘਰ ਦੇ ਦਰਵਾਜ਼ੇ ਖੋਲ ਦਿੱਤੇ। ਪ੍ਰੀਤ ਸੀ ਗੁਰੂ ਚਰਨਾਂ ਦੇ ਨਾਲ।
ਘਰ ਦੇ ਵਿੱਚ ਸਿੰਘਾਂ ਨੇ ਠਹਿਰਾਓ ਕੀਤਾ। ਇੰਨੇ 8 ਮਹੀਨਿਆਂ ਤੋਂ ਸਿੰਘ ਭੁੱਖੇ ਬੇਹਾਲ ਹੋਏ। ਰੱਜ ਕੇ ਸੇਵਾ ਕੀਤੀ ਕੋਟਲਾ ਨਿਹੰਗ ਖਾਂ ਨੇ। ਡਿਉੜੀ ਦੇ ਨਾਲ ਦਾ ਕਮਰਾ ਥੋੜਾ ਜਿਹਾ ਛੋਟਾ ਹੈ, ਨੀਵਾਂ ਹੈ, ਭੋਰੇ ਦੇ ਟੈਪ ਹੈ, ਜਿਵੇਂ ਭੋਰਾ ਨਹੀਂ ਹੁੰਦਾ ਉਹੋ ਜਿਹਾ ਕਮਰਾ। ਸਤਿਗੁਰੂ ਪਾਤਸ਼ਾਹ ਦਾ ਆਸਣ ਨਿਹੰਗ ਖਾਂ ਨੇ ਉੱਥੇ ਲਵਾ ਦਿੱਤਾ। ਕੋਟਲਾ ਇਹਦਾ ਪਿੰਡ ਸੀ ਤੇ ਨਿਹੰਗ ਖਾਂ ਇਹਦਾ ਨਾਂ ਸੀ। ਸਾਧ ਸੰਗਤ ਦੀ ਲੜਕੀ ਦਾ ਨਾਂ ਸੀ ਮੁਮਤਾਜ ਤੇ ਬੇਟੇ ਦਾ ਨਾਂ ਸੀ ਅਮਾਨ ਖਾਂ। ਅਮਾਨ ਖਾਂ, ਮੁਮਤਾਜ ਬੱਚੇ ਇੰਨੀ ਸੇਵਾ ਕਰ ਰਹੇ ਐ ਕਿ ਸਾਡੇ ਘਰ ਦੇ ਵਿੱਚ ਗੁਰੂ ਦੇ ਚਰਨ ਪਏ ਹੋਏ ਆ। ਕੋਈ ਸਿੰਘਾਂ ਦੀ ਸੇਵਾ ਕਰ ਰਿਹਾ ਹੈ, ਕਿਸੇ ਦੀ ਮਲਮ ਪੱਟੀ ਕੀਤੀ ਜਾ ਰਹੀ ਹੈ। ਭਾਰ ਭਾਈ ਬਚਿੱਤਰ ਸਿੰਘ ਦੇ ਉੱਪਰ ਇੰਨੇ ਗਹਿਰੇ ਫੱਟ ਲੱਗੇ ਹੋਏ ਨੇ ਵੀ ਉਹਨਾਂ ਨੂੰ ਲਟਾਇਆ ਹੋਇਆ ਏ। ਜਦੋਂ ਸਤਿਗੁਰੂ ਪਾਤਸ਼ਾਹ ਨੇ ਭਾਈ ਬਚਿੱਤਰ ਸਿੰਘ ਨੂੰ ਵੇਖਿਆ ਤੇ ਕਹਿਣ ਲੱਗੇ, ਭਾਈ ਬਚਿੱਤਰ ਸਿੰਘ ਨੂੰ ਇੱਥੇ ਲਟਾਓ ਜਿੱਥੇ ਅਸੀਂ ਬੈਠੇ ਹੋਏ ਆ। ਉਸ ਕਮਰੇ ਦੇ ਵਿੱਚ ਲਟਾਇਆ। ਜਿਹੜੀ ਲੜਕੀ ਮੁਮਤਾਜ ਹੈ ਉਹ ਮਲਮ ਪੱਟੀਆਂ ਕਰੀ ਜਾ ਰਹੀ ਹੈ, ਹਾਲਤ ਬਹੁਤ ਗੰਭੀਰ ਹੈ। ਫਿਰ ਸਤਿਗੁਰੂ ਪਾਤਸ਼ਾਹ ਨੇ ਆਖਿਆ, ਨਿਹੰਗ ਖਾਂ ਕਿਤੇ ਐਸਾ ਨਾ ਹੋਵੇ ਸਾਡੀ ਖਾਤਰ ਤੇਰਾ ਪਰਿਵਾਰ ਵੀ ਮਾਰਿਆ ਜਾਵੇ, ਕਿਉਂਕਿ ਹਕੂਮਤ ਨੇ ਕਿਸੇ ਨੂੰ ਬਖਸ਼ਣਾ ਨਹੀਂ ਹੈ। ਅਸੀਂ ਬਹੁਤ ਤੂੰ ਸੇਵਾ ਕਰ ਲਈ ਹੈ। ਕੁਝ ਘੰਟੇ ਸਤਿਗੁਰੂ ਪਾਤਸ਼ਾਹ ਨਿਹੰਗ ਖਾਂ ਦੇ ਘਰ ਠਹਿਰਦੇ ਐ। ਫਿਰ ਆਖਿਆ, ਸਾਨੂੰ ਅਗਲੀ ਜਗ੍ਹਾ ਤੇ ਵਿਦਾ ਕੀਤਾ ਜਾਵੇ, ਸਾਨੂੰ ਰਾਹ ਦੱਸ ਦਿੱਤਾ ਜਾਵੇ। ਅਮਾਨ ਖਾਂ ਜਿਹੜਾ ਪੁੱਤਰ ਸੀ ਨਾ, ਘਰ ਵਾਲੀ ਦਾ ਨਾਂ ਸੀ ਜੈਨ ਖਾਂ। ਘਰ ਵਾਲੀ ਨੇ ਆਖਿਆ, ਸਤਿਗੁਰੂ ਪਾਤਸ਼ਾਹ ਭੇਜਣ ਨੂੰ ਜੀ ਨਹੀਂ ਕਰਦਾ। ਫਿਰ ਜਦੋਂ ਸਾਰੀ ਵਾਰਤਾ ਵੀ ਸੁਣੀ ਨਾ ਸਤਿਗੁਰੂ ਪਾਤਸ਼ਾਹ ਦੇ ਮੂੰਹੋਂ ਵੀ ਕਿਸ ਤਰ੍ਹਾਂ ਪਰਿਵਾਰ 3 ਹਿੱਸਿਆਂ ਦੇ ਵਿੱਚ ਹੋ ਗਿਆ ਏ, ਫਿਰ ਕਹਿਣ ਲੱਗੇ, ਸਤਿਗੁਰੂ ਪਾਤਸ਼ਾਹ ਤੁਸੀਂ ਇੰਨੀਆਂ ਬਿਪਤਾ ਝੱਲ ਰਹੇ ਜੋ। ਫੁੱਟ ਫੁੱਟ ਰੋਣ ਲੱਗ ਪਏ ਦੋਨੋਂ ਜੀ, ਦੋਨੋਂ ਪੁੱਤਰ ਧੀ, ਤੇ ਜਿਹੜੀਆਂ ਹਕੂਮਤ ਨੂੰ ਲਾਹਨਤਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਧ ਸੰਗਤ ਜੀ, ਕੋਟਲਾ ਨਿਹੰਗ ਖਾਂ ਨੇ ਬੜੀ ਸੇਵਾ ਕੀਤੀ। ਸਾਹਿਬ ਕਹਿੰਦੇ ਤੇਰੀ ਸੇਵਾ ਸਫਲ ਹੈ, ਕਿਉਂਕਿ ਸਾਡਾ ਮਨ ਮੰਨ ਗਿਆ। ਕਿਉਂਕਿ ਆਪਾਂ ਗੁਰੂ ਘਰ ਸੇਵਾ ਕਰਦੇ ਆ ਨਾ, ਕੋਈ ਭਾਂਡਿਆਂ ਦੀ ਸੇਵਾ ਕਰਦਾ, ਕੋਈ ਝਾੜੂ ਦੀ ਸੇਵਾ ਕਰਦਾ। ਸੇਵਾ ਉਹੀ ਹੀ ਸਫਲ ਹੈ ਜਿਹੜਾ ਗੁਰੂ ਦੇ ਦਰ ਤੇ ਪ੍ਰਵਾਨ ਹੋਵੇ, ਗੁਰੂ ਦਾ ਮਨ ਮੰਨ ਜਾਵੇ। ਬਾਣੀ ਦਾ ਬਚਨ ਹੈ, ਸਾ ਸੇਵਾ ਕੀਤੀ ਸਫਲ ਹੈ ਜੇ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਪੰਨੇ। ਕੋਟਲਾ ਨਿਹੰਗ ਖਾਂ ਦੇ ਕਿੰਨੇ ਪਾਪ ਦੂਰ ਹੋ ਗਏ ਹੋਣਗੇ ਸਾਧ ਸੰਗਤ। ਭਾਈ ਬਚਿੱਤਰ ਸਿੰਘ ਨੂੰ ਉਸ ਘਰ ਦੇ ਵਿੱਚ ਹੀ ਰਹਿਣ ਦਿੱਤਾ। ਕਹਿਣ ਲੱਗੇ, ਨਾਲ ਲੈ ਕੇ ਜਾਣਾ ਤੇ ਬੜਾ ਔਖਾ ਹੈ। ਜੇਕਰ ਨਾਲ ਲੈ ਕੇ ਗਏ ਤੇ ਹੋ ਸਕਦਾ ਹੈ ਭਾਈ ਬਚਿੱਤਰ ਸਿੰਘ ਨੂੰ ਨਾ ਸਾਂਭਿਆ ਜਾਵੇ, ਇਹ ਕਿਤੇ ਰਾਹ ਦੇ ਵਿੱਚ ਹੀ ਰਹਿ ਜਾਣ, ਇਹਨਾਂ ਦੀ ਹਿਫਾਜ਼ਤ ਇੱਥੇ ਕੀਤੀ ਜਾਵੇ। ਕੋਟਲਾ ਨਿਹੰਗ ਖਾਂ ਦਾ ਪੁੱਤਰ ਗੁਰੂ ਪਾਤਸ਼ਾਹ ਦੇ ਲਾਲਾ ਨੂੰ, ਗੁਰੂ ਦੇ ਸਿੰਘਾਂ ਨੂੰ, ਗੁਰੂ ਪਾਤਸ਼ਾਹ ਨੂੰ ਅੱਗੇ ਰਾਹ ਦਿਖਾਉਣ ਚਲਾ ਗਿਆ। ਸਾਧ ਸੰਗਤ ਜੀ, ਪ੍ਰੀਤ ਦੀ ਗੱਲ ਕਰ ਰਹੇ ਹਾਂ ਆਪਾਂ। ਸਤਿਗੁਰੂ ਪਾਤਸ਼ਾਹ ਕਹਿੰਦੇ ਪ੍ਰੀਤ ਇਦਾਂ ਦੀ ਚਾਹੀਦੀ ਹੈ, ਮਾਧੋ ਐਸੀ ਪ੍ਰੀਤ ਕਰੋ, ਇਹੋ ਜੀ ਪ੍ਰੀਤ ਕਰੋ ਰੱਬ ਦੇ ਨਾਲ। ਇਹੋ ਜਿਹਾ ਪ੍ਰੇਮ ਹੋਣਾ ਚਾਹੀਦਾ ਹੈ, ਸਾਚੀ ਪ੍ਰੀਤ। ਹਮ ਤੁਮ ਸਿਓ ਜੋਰੀ, ਤੁਮ ਸਿਓ ਜੋਰ ਅਵਰ ਸੰਗ ਤੋੜੀ। ਗੁਰੂ ਦੇ ਨਾਲ ਇਹੋ ਜਿਹਾ ਪ੍ਰੇਮ ਕਰੋ ਭਾਗਾਂ ਵਾਲਿਓ, ਵੀ ਕਹਿ ਦੋ ਗੁਰੂ ਪਾਤਸ਼ਾਹ ਤੇਰੇ ਨਾਲ ਪ੍ਰੇਮ ਹੈ, ਦੂਜਿਆਂ ਦੇ ਨਾਲੋਂ ਤੋੜ ਦਿੱਤਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਕਿ ਇਹ ਭਾਈ ਬਚਿੱਤਰ ਸਿੰਘ ਦੀ ਸੇਵਾ ਕਰਨੀ ਹੈ। ਲੜਕੀ ਮੁਮਤਾਜ ਘਰ ਦੇ ਵਿੱਚ ਸੇਵਾ ਕਰ ਰਹੀ ਹੈ ਤੇ ਸਾਧ ਸੰਗਤ ਇੱਕ ਫੌਜੀ ਦਸਤਾ ਉੱਥੇ ਆ ਗਿਆ। ਮੁਗਲ ਫੌਜਾਂ ਉੱਥੇ ਆ ਗਈਆਂ। ਕਿਸੇ ਨੇ ਜਾ ਕੇ ਲੁੱਟੀ ਲਾਈ। ਕੋਟਲਾ ਨਿਹੰਗ ਖਾਂ ਦੇ ਰਾਤ ਘਰ ਗੁਰੂ ਕਲਗੀਧਰ ਪਾਤਸ਼ਾਹ ਠਹਿਰੇ ਹੈ। ਸਾਰੇ ਘਰ ਦੀ ਫੋਲਾ ਫਾਲੀ ਸ਼ੁਰੂ ਕਰ ਦਿੱਤੀ, ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਫਿਰ ਜਦੋਂ ਕੁਝ ਨਾ ਲੱਭਿਆ ਤੇ ਇੱਕ ਉਹੀ ਕਮਰਾ ਜਿਹੜਾ ਥੋੜਾ ਜਿਹਾ ਨੀਵਾਂ ਸੀ, ਕਹਿਣ ਲੱਗੇ ਉਹ ਕਮਰੇ ਨੂੰ ਵਿਖਾਓ। ਉੱਥੋਂ ਦਾ ਕੋਤਵਾਲੀ ਥਾਣੇਦਾਰ ਕਹਿਣ ਲੱਗਾ ਤੇ ਨਿਹੰਗ ਖਾਂ ਜੀ ਕਹਿਣ ਲੱਗੇ ਵੀ ਉਹ ਦਿਖਾ ਤੇ ਦੇਨੇ, ਪਰ ਸਾਹਿਬ ਉਧਰ ਤੇ ਮੇਰੀ ਲੜਕੀ ਤੇ ਮੇਰਾ ਦਮਾਦ ਸੁੱਤੇ ਹੋਏ ਆ। ਜਦੋਂ ਇਹ ਗੱਲ ਕਹੀ ਤੇ ਪਿੱਛੇ ਹਟ ਗਏ, ਕਿਉਂਕਿ ਇਹ ਬੜੀ ਰਿਸਪੈਕਟ ਦਿੱਤੀ ਜਾਂਦੀ। ਜਿਸ ਕਮਰੇ ਦੇ ਵਿੱਚ ਲੜਕੀ ਤੇ ਦਮਾਦ ਸੁੱਤੇ ਹੋਣ, ਉਸ ਕਮਰੇ ਵੱਲ ਕੋਈ ਨਹੀਂ ਸੀ ਜਾਂਦਾ। ਫਿਰ ਜਦੋਂ ਪਿਤਾ ਦੇ ਮੂੰਹੋਂ ਇਹ ਗੱਲ ਸੁਣੀ ਵੀ ਇਹ ਦਮਾਦ ਤੇ ਮੇਰੀ ਧੀ ਸੁੱਤੀ ਹੋਈ ਹੈ, ਫਿਰ ਸਾਧ ਸੰਗਤ ਜੀ ਅੰਦਰ ਸੇਵਾ ਕਰ ਰਹੀ ਮੁਮਤਾਜ ਨੇ ਚਰਨਾਂ ਤੇ ਬਾਬਾ ਬਚਿੱਤਰ ਸਿੰਘ ਤੇ ਸੀਸ ਰੱਖ ਕੇ ਮੱਥਾ ਟੇਕ ਦਿੱਤਾ ਤੇ ਪਤੀ ਮੰਨ ਲਿਆ ਸੀ।
ਜਿਹੜੀ ਮਮਤਾਜ ਸੀ ਨਾ ਲੜਕੀ, ਉਹਦਾ ਵਿਆਹ ਉਹ ਪਹਿਲਾਂ ਮੰਗੀ ਹੋਈ ਸੀ ਬੱਸੀ ਪਠਾਣਾ ਦੇ ਕੋਲ। ਬੱਸੀ ਪਠਾਣਾ ਦੇ ਕੋਲ ਇੱਕ ਪਿੰਡ ਸੀ, ਉੱਥੇ ਉਹਦਾ ਮੰਗਣਾ ਹੋਇਆ ਸੀ। ਪਰ ਕਹਿੰਦੇ ਜਦੋਂ ਕੁਝ ਦਿਨਾਂ ਬਾਅਦ ਹੀ ਭਾਈ ਬਚਿੱਤਰ ਸਿੰਘ ਚੜ੍ਹਾਈ ਕਰ ਗਏ। ਨਿਹੰਗ ਖਾਨ ਨੇ ਤਰਖਾਣਾ ਨੂੰ ਹੋਰ ਸਿੰਘਾਂ ਨੂੰ ਬੁਲਾਇਆ, ਹੋਰ ਕਿਸੇ ਸੱਜਣ ਨੂੰ ਬੁਲਾ ਕੇ ਘਰ ਦੇ ਵਿੱਚ ਸੰਸਕਾਰ ਕਰਵਾਇਆ। ਖੂਹ ਦੇ ਕੋਲ ਜਲਦੀ ਜਲਦੀ ਸੰਸਕਾਰ ਕਰਵਾ ਕੇ ਅੰਗੀਠਾ ਠੰਡਾ ਹੋਣ ਤੇ ਫੁੱਲ ਜਿਹੜੇ ਸਨ, ਰਾਖ ਜਿਹੜੀ ਸੀ ਉਸੇ ਜਗ੍ਹਾ ਤੇ ਇਕੱਠੀ ਕਰਕੇ ਨੱਪ ਦਿੱਤੀ, ਕਿਉਂਕਿ ਪਤਾ ਸੀ ਵੀ ਕਿਤੇ ਹਕੂਮਤ ਨਾ ਕੋਈ ਵੇਖ ਲਵੇ। ਪਰ ਮੁਮਤਾਜ ਨੇ ਉਹਨੇ ਇੱਕ ਜਗ੍ਹਾ ਨੂੰ, ਉਸ ਥਾਂ ਨੂੰ ਪੂਜਣਾ ਸ਼ੁਰੂ ਕਰ ਦਿੱਤਾ, ਕਿਉਂਕਿ ਉਹਨਾਂ ਨੇ ਪਤੀ ਮੰਨਿਆ ਹੋਇਆ ਸੀ। ਘਰ ਦੇ ਵਿੱਚ ਗੱਲ ਚੱਲੀ ਵੀ ਮੁਮਤਾਜ ਵੱਡੀ ਹੁੰਦੀ ਜਾਂਦੀ ਹੈ, ਇਹਦਾ ਨਿਕਾਹ ਛੇਤੀ ਕੀਤਾ ਜਾਵੇ। ਕਹਿਣ ਲੱਗੀ, ਪਿਤਾ ਜੀ ਨਿਕਾਹ ਤੇ ਮੇਰਾ ਉਸ ਦਿਨ ਹੀ ਹੋ ਗਿਆ ਸੀ ਜਿਸ ਦਿਨ ਫੌਜੀ ਦਸਤਾ ਘਰ ਵਿੱਚ ਆਇਆ ਸੀ ਤੇ ਤੁਸੀਂ ਬਾਹਰੋਂ ਕਿਹਾ ਸੀ ਮੇਰੇ ਅੰਦਰ ਧੀ ਤੇ ਦਮਾਦ ਸੁੱਤੇ ਹੋਏ ਨੇ। ਇਹੋ ਜਿਹਾ ਪ੍ਰੇਮ ਸੀ। ਤੇ ਸਾਧ ਸੰਗਤ ਇੱਕ ਗੱਲ ਹੋਰ, ਨਿਹੰਗ ਖਾਂ ਮੁਸਲਮਾਨ ਸੀ, ਉਹ ਸਿੱਖ ਨਹੀਂ ਸੀ ਹੈਗਾ। ਗੁਰੂ ਪਾਤਸ਼ਾਹ ਨੂੰ ਪਿਆਰ ਕਰਨ ਵਾਲਾ ਕੇਵਲ ਸਿੱਖ ਨਹੀਂ ਸੀ, ਉਹਨਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਮੁਸਲਮਾਨਾਂ ਵੀਰਾਂ ਨੇ ਕੀਤਾ। ਪੀਰ ਬੁੱਧੂ ਸ਼ਾਹ ਵਰਗਿਆਂ ਦਾ ਇਤਿਹਾਸ ਪੜ੍ਹ ਕੇ ਵੇਖੋ, ਹੋਰ ਵੀ ਨੇਕਾਂ ਸਿੰਘ ਜਿਹੜੇ ਗੁਰੂ ਪਾਤਸ਼ਾਹ ਤੋਂ ਕੁਰਬਾਨ ਜਾਂਦੇ ਸਨ। ਕਿਉਂ ਕੁਰਬਾਨ ਜਾਂਦੇ ਸਨ? ਕਿਉਂਕਿ ਗੁਰੂ ਉਹਨਾਂ ਤੋਂ ਕੁਰਬਾਨ ਜਾਂਦਾ ਸੀ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ। ਜਿਹੜਾ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦਾ ਸੀ, ਗੁਰੂ ਪਾਤਸ਼ਾਹ ਤੋਂ ਸਭ ਕੁਝ ਨਿਸ਼ਾਵਰ ਕਰ ਦਿੰਦੇ ਸਨ। ਮੇਰੇ ਸਤਿਗੁਰੂ ਪਾਤਸ਼ਾਹ ਅੱਗੇ ਚੱਲਦੇ ਚੱਲਦੇ ਬੁੱਧੀ ਚੰਦ ਦੇ ਕੋਲ ਚਲੇ ਜਾਂਦੇ ਆ। ਜਦੋਂ ਪਿੰਡ ਵਿੱਚ ਜਾਂਦੇ ਆ, ਬਾਹਰ ਬੁੱਧੀ ਚੰਦ ਸਵਾਗਤ ਵਾਸਤੇ ਖੜਾ ਹੋਇਆ। ਕਹਿਣ ਲੱਗਾ, ਸਤਿਗੁਰੂ ਪਾਤਸ਼ਾਹ ਜੀ, ਅੱਜ ਤੋਂ ਮੇਰੀ ਜਿੰਨੀ ਵੀ ਜ਼ਮੀਨ ਹੈ, ਜੋ ਵੀ ਕੁਝ ਹੈ, ਮੇਰਾ ਸਾਰਾ ਕੁਝ ਵਰਤ ਲਵੋ, ਮੇਰੀ ਸੇਵਾ ਲੇਖੇ ਵਿੱਚ ਲੱਗ ਜਾਵੇ। ਸਾਨੂੰ ਪਤਾ ਲੱਗਾ ਇਹ ਹਕੂਮਤ ਤੇ ਤੁਹਾਡੇ ਨਾਲ ਬਹੁਤ ਬੇਇਨਸਾਫੀ ਕੀਤੀ ਹੈ। ਫਿਰ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਬੁੱਧੀ ਚੰਦ ਦੀ ਉਹ ਕੱਚੀ ਗੜੀ ਦੇ ਵਿੱਚ ਪ੍ਰਵੇਸ਼ ਕਰਦੇ ਆ। ਸਿੰਘਾਂ ਨੇ ਉੱਥੇ ਜਾ ਕੇ ਮੋਰਚੇ ਸੰਭਾਲ ਲੈ। ਸਤਿਗੁਰੂ ਪਾਤਸ਼ਾਹ ਕਦਮਾਂ ਦੇ ਨਾਲ ਟਹਿਲਦੇ ਆ। ਕਹਿੰਦੇ, ਜਿਸ ਖਿੱਤੇ में हम कहते थे आना जी वही है, जिस जगह ते आपा सब कुछ कुर्बान करके जाना है। जोगी अल्लाह जार खान जी कहते ਇਹੋ ਹੀ ਕਹਿੰਦੇ ਇਹੀ ਹੈ। ਕਹਿੰਦੇ ਨੇ कि रात जब 1.5 घड़ी रात गुजरी जिक्रे खुदा में, खैमे से निकल आए सतगुरु हवा में। ਜਦੋਂ ਰਾਤ ਦਾ ਬਹੁਤ ਸਮਾਂ ਬੀਤ ਗਿਆ ਨਾ, ਗੁਰੂ ਕਲਗੀਧਰ ਪਾਤਸ਼ਾਹ ਆਪਣੇ ਖੈਮੇ, ਆਪਣੇ ਬਿਸਤਰ ਪਲੰਘ ਤੋਂ ਉੱਠ ਕੇ, ਜਿਹੜਾ ਸਿੰਘਾਂ ਨੇ ਬਣਾਇਆ ਹੋਇਆ ਸੀ, ਬਸਤਰ ਇਕੱਠੇ ਕਰਕੇ ਉੱਤੇ ਇੱਕ ਆਪਣਾ ਦਮਾਲਾ ਵਿਛਾ ਕੇ ਸਤਿਗੁਰੂ ਪਾਤਸ਼ਾਹ ਵਾਸਤੇ ਇੱਕ ਖੈਮਾ ਤਿਆਰ ਕੀਤਾ। ਖੈਮੇ ਸੇ ਨਿਕਲ ਆਏ ਸਤਿਗੁਰੂ ਹਵਾ ਮੇ, ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ। ਨਿੱਕੇ ਨਿੱਕੇ ਕਦਮਾਂ ਦੇ ਨਾਲ ਭਾਵੇਂ ਟਹਿਲ ਰਹੇ ਨੇ, ਇੱਧਰ ਉੱਧਰ ਘੁੰਮ ਰਹੇ ਨੇ, ਪਰ ਮੇਰੇ ਸਤਿਗੁਰੂ ਪਾਤਸ਼ਾਹ ਜੀ ਦਾ ਖਿਆਲ ਇੱਕ ਅਰਦਾਸ ਦੇ ਵਿੱਚ ਹੈ। ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਇੱਕ ਅਰਦਾਸ ਹੈ। ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ। ਕਹਿੰਦੇ ਵੀ ਇੱਕੋ ਹੀ ਮੁਖ ਤੋਂ ਉਚਾਰ ਰਹੇ ਨੇ, ਵਾਹਿਗੁਰੂ 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 ਮੁਖ ਸੇ ਹੈ ਨਿਕਲਦਾ। ਮੇਰੇ ਸਤਿਗੁਰੂ ਕਲਗੀਧਰ ਪਾਤਸ਼ਾਹ ਇੱਕ ਵਾਹਿਗੁਰੂ ਦਾ ਜਾਪ ਉਚਾਰ ਰਹੇ ਹੈ। ਆਪਾਂ ਵੀ ਸਾਰੇ ਰਸਨਾ ਨੂੰ ਪਵਿੱਤਰ ਕਰ ਲਈਏ ਜੀ। ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ, ਵਾਹਿਗੁਰੂ ਜੀ ਵਾਹਿਗੁਰੂ। ਭਾਈ ਗੁਰਦਾਸ ਜੀ ਕਹਿੰਦੇ ਨੇ, ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਖੋਈ। ਭਲਿਆ ਅਸਲ ਵਿੱਚ ਜਪ ਮਨ ਸਤਨਾਮ, ਸਦਾ ਸਤਨਾਮ। ਜਿਹੜਾ ਨਾਮ ਹੈ ਨਾ ਸਾਧ ਸੰਗਤ ਜੀ, ਇਹ ਸਾਡੇ ਦੁੱਖ ਦੂਰ ਕਰਦਾ ਹੈ। ਘੋਰ ਦੁਖਿਯੰ ਅਨਿਕ ਹਤਿਯੰ ਜਨਮ ਦਰਿਦਰੰ ਮਹਾ ਵਿਖਿਆਦੰ, ਜੈਸੇ ਪਾਵਕ ਕਾਸ਼ਟ ਭਸਮੰ ਕਰੋਤ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਜਿਵੇਂ ਇੱਕ ਛੋਟੀ ਜੀ ਚੰਗਿਆੜੀ ਮਣਾ ਮੂਈ ਜੰਗਲ ਤਬਾਹ ਕਰ ਦਿੰਦੀ ਹੈ ਨਾ, ਪ੍ਰਮਾਤਮਾ ਦੀ ਛੋਟੀ ਜਿਹੀ ਚਿੰਗ, ਪ੍ਰਮਾਤਮਾ ਦਾ ਕਿਨਕਾ ਨਾਮ ਵੀ ਅੰਦਰ ਵਸ ਜਾਵੇ ਨਾ, ਸਾਧ ਸੰਗਤ ਸਾਡੇ ਵੱਡੇ ਵੱਡੇ ਪਾਪ ਦੁੱਖ ਦੂਰ ਕਰ ਦਿੰਦਾ ਹੈ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਰਾਤ
ਆਪਣੇ ਖੈਮੇ ਤੋਂ ਨਿਕਲ ਕੇ ਬਾਹਰ ਕਦਮਾਂ ਦੇ ਨਾਲ ਟਹਿਰ ਰਹੇ ਹੈ, सिर झुका के वाहिगुरु 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 मुख से कह रहे हैं। जोगी अल्लाह जार खां जी कहते एक परमात्मा अगे दुआ कर रहे हैं। कल कहते चमकौर की गड़ी दे विचों सुरखरू होके जाना, बेपरवाह होके जाना। पता सी भी बाबा अजीत सिंह बाबा जुझार सिंह भी कुर्बान हो जाने। फिर साध संगत जदों जालम सरकार नूं उस वक्त पता लगा, वजीर खां वर्गियां नूं 10 ਲੱਖ फौज लैके चमकौर की गढ़ी नूं घेरा पा लिया। जिहड़ा बुधी चंद सी ना, जिहदी चमकौर की गढ़ी सी, उहनूं पहिलां ही कह दिता सी भी तेरे ते कोई विपता ना आवे, तेरे ते कोई औखा समा ना आवे। तू कहीं भी गुरु पातशाह ने धक्के दे नाल कब्जा कर लिया, तू इदां कह के अपनी जान बचा लई भरावा। पर बुधी चंद ने आख्या सतगुरु की होया, संसार दे विच बड़ा धन है, लोकां दे कोल बड़ा कुछ जायदाद है, मैं ते गुरु कलगीधर पातशाह तो सब कुछ कुर्बान कर रहा, की होवेगा जे मेरे परिवार नूं भी कुछ हो गया। एहो जिहा सी साध संगत प्यार गुरु दे सिखां दा। अज घरां दे विच दुख आउंदा है, घरां दे विच कोई सुख आउंदा है, सानूं गुरु कलगीधर पातशाह दा ख्याल नहीं आउंदा। सानू दुख दे विच लांभे ते बड़े आउंदे गुरु दे कोल, सुख दे विच शुकर नहीं साडे कोल। महाराज कहंदे कि इहो ही सुख है भी बंदे कोल बड़ा धन दौलत होवे, बंदे कोल बड़ा परमात्मा ने सब कुछ दिता होवे ते बड़ा कुछ है। कई बार ना वड्डी कोठी ते वड्डा साजो समान वेख के असीं कहने बंदा बड़ा सुखी होवेगा। शायद इहो ही दुनिया दे विच सब तो वड्डा बंदा सुख ही ये मान रहा। महाराज कहते कदी ख्याल करियो वड्डे वड्डे जो दिसै है लोग तिनको व्यापै चिंता रोग, कौन वड्डा माया वड्डिआई। वड्डा कौन संसार दे विच जिहदे कोल माया बहुत है, सो वड्डा जिन राम लिव लाई। अपने सिखां नूं भी इहो आखिया सी भी मुख तो वाहिगुरू दा जाप उचारियो, अपनी सुरत नूं मालक दे चरनां दे नाल जोड़ के रखियो। साहब कहते हैं चेतना है तो चेत लै प्राणी, मालक नूं याद करिया कर, क्योंकि तेरी उम्र घटदी जाती है, तेरी जिंदगी का बहुत लंबा समा तां व्यर्थ ही बीत गया है। गुरु कलगीधर पातशाह महाराज चमकौर की गढ़ी दे विच 40 सिंह नाल है, इतिहास ने दसिया। ते ज्ञानी ज्ञान सिंह जी कहते 10 लाख फौज है। वेखो इतिहास दे विच मतभेद हैगा, कईयां ने 10 लाख लिखिया, कईयां ने 8 लाख लिखिया। पर ज्ञानी ज्ञान सिंह जी ने यह गल आखी है, इन्नी ज्यादा फौज सी कि जेकर एक एक बुक मिट्टी का लैके चमकौर की गढ़ी ते भी सुट दे, चमकौर की गढ़ी पूरी जा सकती, इन्नी ज्यादा फौज सी। 10 लाख फौज का घेरा, एडा वड्डा घेरा है। ते सतगुरु पातशाह ने आख्या मैं अपने सिंघां नूं 1.25 लाख से एक लड़ाऊं, तबै गोबिंद सिंह नाम कहूं। एक नूं 1.25 लाख दे नाल लड़ाया। साध संगत जी उत्थे चमकौर की गढ़ी नूं घेरा पिया होया है। रात दे हनेरे दे विच पहला तो उन्होंने आख्या भी रात आपां हमला ना करिए, पर फिर आख्या भी ये गुरु कलगीधर पातशाह पहला भी बहुत जगह तो बच के साडे हथों निकल गए। फिर साध संगत उन्होंने जालमा ने चमकौर गढ़ी दे वल टुट के पै जाते हैं। बाहरों साध संगत जी अंदरों चमकौर की गढ़ी दे विचों 5-5 सिंघां दा जथा तैयार होके मैदाने जंग दे विच आके शहीद हुंदा है, जिहदे विच भाई दया सिंह ने आख्या गुरु कलगीधर पातशाह भाई बाबा अजीत सिंह नूं रख लईए, अजे इन्हां दी लोड़ है। पर नहीं, सतगुरु पातशाह कहंदे लोग ये कहणगे, लोकां दे पुੱਤ मरवा के गुरु कलगीधर पातशाह ने अपने बचा लए। बाबा अजीत सिंह बाबा जुझार सिंह नूं अखां दे सामने शहीद हुंदे तकिया, तक के जकारे छड्डे है। बड़ी चढ़दी कला दे नाल सतगुरु पातशाह ने अकाल पुरख दा धन्नवाद कीता है। चमकौर दी गढ़ी दे विचों जाना है ते साध संगत उथे कलगी ते चोला एक सिंह नूं पहनाया। भाई धर्म सिंह ते भाई मान सिंह दया सिंह नूं नाल लैके ताड़ी मार के बाजां वाला प्रीतम माहिया उथों निकलदा। उथों निकलदे आ जदों निकले उस दुश्मन की फौज दे विच हलचल पैदा हो गई। हाथ दे विच मशालां सन, उन्हां नूं पता ही नहीं लगा भी ताड़ी की आवाज़ किहड़े पासिओं आ रही है। आपस दे विच ही उन्हां दी लड़ाई करदे करदे बुरा हाल हो गया।
ਕਲਗੀ ਵਾਲੇ ਪ੍ਰੀਤਮ ਉੱਥੋਂ ਨਿਕਲਦੇ ਐ ਤੇ ਜੰਗਲਾਂ ਵਾਲੇ ਪਾਸੇ ਮਾਛੀਵਾੜੇ ਦੇ ਜੰਗਲ ਦਾ ਪਾਲ ਪੜਦੇ ਆ। ਇੱਧਰ ਮਾਤਾ ਗੁਜਰ ਕੌਰ, ਛੋਟੇ ਫਰਜ਼ੰਦ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਕੁੰਮੇ ਮਾਸ਼ਕੀ ਦੇ ਘਰ ਇੱਕ ਰਾਤ ਕੱਟੀ। ਫਿਰ ਉੱਥੇ ਗੰਗੂ ਬ੍ਰਾਹਮਣ ਆ ਗਿਆ। ਗੰਗੂ ਬ੍ਰਾਹਮਣ ਨੇ ਆਖਿਆ ਸਤਿਗੁਰੂ ਪਾਤਸ਼ਾਹ ਦੇ ਲਾਲਾਂ ਦੀ ਸੇਵਾ ਕਰਾਂ। ਸੇਵਾ ਕੀ ਕਰਨੀ ਸੀ, ਉਹਦਾ ਤੇ ਮਨ ਲਾਲਚ ਦੇ ਵਿੱਚ ਸੀ ਨਾ। ਜਿਹੜੀ ਉਹਨਾਂ ਦੇ ਕੋਲ ਇੱਕ ਮੋਹਰਾਂ ਦੀ ਪੋਟਲੀ ਸੀ। ਵੇਖੋ ਬੰਦਾ ਅੱਜ ਵੀ ਧਨ ਵੇਖ ਕੇ, ਅੱਜ ਵੀ ਸੰਸਾਰ ਦੇ ਵਿੱਚ ਕਿੰਨਾ ਭ੍ਰਿਸ਼ਟਾਚਾਰ ਹੈ। ਸਰਕਾਰੀ ਦਫ਼ਤਰਾਂ ਦੇ ਵਿੱਚ ਜੇ ਕੋਈ ਬਹੁਤਾ ਕੰਮ ਨਾ ਹੋਵੇ, ਕਈ ਲੋਕ ਰਿਸ਼ਵਤ ਲੈ ਕੇ ਕੰਮ ਕਰਦੇ ਆ। ਉਸੇ ਤਰ੍ਹਾਂ ਉਹ ਵੀ ਗੁਰੂ ਪਾਤਸ਼ਾਹ ਦੇ ਲਾਲਾਂ ਦੀ ਸੇਵਾ ਕਰ ਰਿਹਾ ਸੀ। ਪਰ ਸੇਵਾ ਕਿੱਦਾਂ ਕਰ ਰਿਹਾ ਸੀ? ਲਾਲਚ ਵਸ ਹੋ ਕੇ। ਬੰਦਾ ਲਾਲਚ ਕਰਦਾ ਜੀਵਨ ਵਿੱਚ, ਆਪਾਂ ਵੀ ਕਰਦੇ ਆ। ਸਾਹਿਬ ਕਹਿੰਦੇ ਲਾਲਚ ਤੇ ਕਰਦਾ ਪਰ ਕਾਦੇ ਵਾਸਤੇ? ਜੀਵਨ ਵਾਸਤੇ। ਇਹ ਲਾਲਚ ਕਰ ਲੈਣਾ ਪਰ ਤੈਨੂੰ ਸੁੱਝਦਾ ਬੁੱਝਦਾ ਕੁਝ ਨਹੀਂ। ਮਹਾਰਾਜ ਨੇ ਬਾਣੀ ਵਿੱਚ ਬਚਨ ਸਾਂਝਾ ਕੀਤਾ, ਲਾਲਚ ਕਰੈ ਜੀਵਨ ਪਦ ਕਾਰਨ ਲੋਚਨ ਕਛੂ ਨਾ ਸੂਝੈ। ਮਹਾਰਾਜ ਨੇ ਬਾਣੀ ਵਿੱਚ ਇਹ ਵੀ ਆਖਿਆ, ਆਪਾਂ ਸਾਰੇ ਪੜ੍ਹਿਓ, ਲਾਲਚ ਛੋਡੋ ਅੰਧਿਓ, ਲਾਲਚ ਛੋਡੋ ਅੰਧਿਓ, ਲਾਲਚ ਛੋਡੋ ਅੰਧਿਓ, ਲਾਲਚ ਦੁਖ ਭਾਰੀ, ਲਾਲਚ ਦੁਖ ਭਾਰੀ। ਸਭ ਤੋਂ ਵੱਡਾ ਦੁੱਖ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਇਹੋ ਹੀ ਹੈ। ਸਭ ਤੋਂ ਵੱਡਾ ਦੁੱਖ ਬਾਬੇ ਦੀ ਬਾਣੀ ਨੇ ਲਾਲਚ ਨਹੀਂ ਕੀਤਾ। ਸਾਧ ਸੰਗਤ ਜੇ ਲਾਲਚੀ ਹੁੰਦੇ ਤੇ ਆਨੰਦਪੁਰ ਦਾ ਕਿਲ੍ਹਾ ਨਾ ਛੱਡਦੇ। ਜੇ ਲਾਲਚੀ ਹੁੰਦੇ ਤੇ ਦੁਨੀਆ ਦੇ ਵਿੱਚ ਉਹਨਾਂ ਨੂੰ ਆਪਣੇ ਜੀਵਨ ਕਾਲ ਦੇ ਵਿੱਚ ਬੜੇ ਸਮਝੌਤੇ ਕਰਨ ਦਾ ਮੌਕਾ ਮਿਲਿਆ ਸੀ, ਪਰ ਮੇਰੇ ਪਾਤਸ਼ਾਹ ਨੇ ਨਹੀਂ ਕੀਤੇ। ਇੱਕ ਵੀ ਸਮਝੌਤਾ ਨਹੀਂ ਕੀਤਾ, ਸਗੋਂ ਡਟ ਕੇ ਮੁਕਾਬਲਾ ਕੀਤਾ ਜ਼ੁਲਮ ਦੇ ਨਾਲ। ਪਰ ਗੰਗੂ ਬ੍ਰਾਹਮਣ ਨੇ ਇੱਥੇ ਲਾਲਚ ਦੇ ਨਾਲ ਸਮਝੌਤਾ ਕਰ ਲਿਆ ਸੀ। ਕਹਿਣ ਲੱਗਾ, ਮਾਤਾ ਜੀ ਆਨੰਦਪੁਰ ਦਾ ਮੈਨੂੰ ਸਾਰਾ ਹਾਲ ਪਤਾ ਲੱਗਾ ਏ, ਤੁਹਾਨੂੰ ਘੇਰਾ ਪਿਆ ਰਿਹਾ, ਪਰਿਵਾਰ ਵਿਛੜ ਗਿਆ ਏ, ਹੁਣ ਮੈਨੂੰ ਸੇਵਾ ਦਾ ਮੌਕਾ ਦਿਓ, ਮੇਰੇ ਘਰ ਚੱਲੋ, ਮੈਂ ਤੁਹਾਡੀ ਹਿਫਾਜ਼ਤ ਕਰਾਂਗਾ। ਤੁਹਾਨੂੰ ਗੁਰੂ ਦੇ ਲਾਲਾਂ ਨੂੰ ਸੇਵਾ ਜਿਹੜੀ ਮੇਰੀ ਇਹ ਹਿੱਸੇ ਆਈ ਹੈ, ਹੁਣ ਤੇ ਮੈਂ ਤੁਹਾਨੂੰ ਆਪਣੇ ਨਾਲ ਲੈ ਕੇ ਚੱਲਾਂ। ਕੁੰਮੇ ਮਾਸ਼ਕੀ ਦੀ ਝੌਂਪੜੀ ਤੋਂ ਗੁਰੂ ਕੇ ਲਾਲ ਉੱਥੇ ਜਾਂਦੇ ਆ। ਕਹਿੰਦੇ ਮਾਤਾ ਗੁਜਰ ਕੌਰ ਇੱਕ ਡੂੰਗੀ ਸੋਚ ਦੇ ਵਿੱਚ ਹੈ। ਸੋਚ ਇਹੋ ਹੀ ਹੈ ਵੀ ਪਤਾ ਨਹੀਂ ਨੋਹਾਂ ਕਿੱਥੇ ਹੋਣਗੀਆਂ, ਗੁਰੂ ਕਲਗੀਧਰ ਪਾਤਸ਼ਾਹ ਕਿੱਥੇ ਹੋਣਗੇ। ਤੇ ਜਿਹੜੇ ਛੋਟੇ ਛੋਟੇ ਬੱਚੇ ਉਹ ਵਾਰ-ਵਾਰ ਮਾਤਾ ਨੂੰ ਪੁੱਛ ਰਿਹਾ, ਦਾਦੀ ਆਪਣੇ ਵੱਡੇ ਭਰਾ ਕਿੱਥੇ ਹੈ, ਬਾਬਾ ਅਜੀਤ ਸਿੰਘ ਕਿੱਥੇ ਹੈ, ਛੋਟਾ ਭਾਈ ਜੁਝਾਰ ਕਿੱਥੇ ਹੈ, ਕਦੋਂ ਉਹ ਮੁੜ ਕੇ ਵਾਪਸ ਆਉਣਗੇ। ਕਹਿਣ ਲੱਗੇ ਉਹ ਜੰਗ ਕਰਨ ਗਏ ਆ, ਜਿੱਤ ਕੇ ਵਾਪਸ ਆ ਜਾਣਗੇ। ਕਹਿੰਦੇ जोगी अल्लाह जार खां ने लिखिया, दादी से बोले अपने सिपाही किधर गए, सरसा पे छोड़ के राही किधर गए, किधर चले गए सारे जाने। पर माता धन है माता गुजर कौर दलासा दे रही है। कहते जदों आए ना वड्डे भरा, असी उन्हां नाल रुस जाना, कभी सानू माता मनाउणगे कभी पिता मनाउणगे, पर असी रुस जाना, असी मनना नहीं। ये तो साध संगत जी एक गल सी भी उन्हां दा एक भुलेखा सी कह लवो, पर फिर भी माता गुजर कौर चढ़दी कला दी गल कहंदे, कहंदे जे ना वापस आए फिर की होवेगा, तुसी डोलना थोड़ी है। क्योंकि साध संगत जी तो बंदा डोलदा ना ते गुरु उहनूं रखदा जो, गुरु ते भरोसा होवे, गुरु ते प्रतीत होवे। जदों असीं किते डोलदे होईए गुरु बांह फड़ लैंदा। ते महाराज दी बाणी कहंदी इस भवजल सागर दे विच भलिया गुरु ही बांह फड़ सकदा। ये पांच विकार काम क्रोध लोभ मोह अहंकार, ये सानू भी लालच वस हो के बहुत कुछ करते हैं। असीं रोज ही बड़े समझौते करते हैं, किरदार डिग चुका है, साडे जीवन दा ये सत्यानाश करते हैं। गुरु दा पल्ला फड़ भवजल सागर तो पार उतर जावेगा, क्योंकि गुरु कहंदा बांह जिन्हां दी पकड़ी है, गुरु ने बांह फड़ी ना। जेकर उन्हां दी बांह फड़ी सी जिहड़े कश्मीर तो चल के आए सी पंडित, फिर साध संगत सिर दे दिता पातशाह ने, पर बांह नहीं उन्हां दी छड्डी। इसे तरह ही गुरु कलगीधर पातशाह दे छोटे फरजंद उन्हां नूं माता गुजर कौर प्रपक्क कर रही है
ਕਿ ਤੁਸੀਂ ਸਿੱਖੀ ਦੀਆਂ ਨੀਹਾਂ ਤੋਂ ਕਿਤੇ ਡੋਲ ਨਾ ਜਾਇਓ। ਕਿਉਂਕਿ ਸਾਧ ਸੰਗਤ ਜੀ ਇਹ ਬੜੀ ਵੱਡੀ ਚੁਣੌਤੀ ਸੀ ਕਿ ਜੇ ਕਿਤੇ ਉਹ ਛੋਟੇ ਬਾਬੇ ਡੋਲ ਜਾਂਦੇ ਤੇ ਫਿਰ ਹੋ ਸਕਦਾ ਇਤਿਹਾਸ ਅੱਜ ਵੀ ਕੋਈ ਹੋਰ ਹੁੰਦਾ। ਜੋਗੀ ਅੱਲਾ ਯਾਰ ਖਾਨ ਨੇ 2 ਲਿਖਤਾਂ ਲਿਖੀਆਂ। ਇੱਕ ਉਹਨੇ ਲਿਖਿਆ ਸ਼ਹੀਦਨ ਵਫਾ। ਉਸ ਕਵੀ ਨੇ 2 ਲਿਖਤਾਂ, ਮੁਸਲਮਾਨ ਕਵੀ ਆ, 2 ਲਿਖਤਾਂ ਲਿਖੀਆਂ ਤੇ ਇੱਕ ਪਟਿਆਲੇ ਦੇ ਕੋਲ ਸੈਮੀਨਾਰ ਹੋਇਆ ਸੀ, ਉੱਥੇ ਆਇਆ ਉਸਨੇ ਆਖਿਆ ਮੈਂ ਸ਼ਹੀਦਨ ਵਫਾ ਲਿਖੀ ਹੈ। ਇਹ ਫਾਰਸੀ ਦਾ ਸ਼ਬਦ ਹੈ। ਸ਼ਹੀਦਨ ਵਫਾ ਭਾਵ ਸ਼ਹੀਦਾਂ ਦਾ ਖਜ਼ਾਨਾ। ਤੇ ਲੋਕਾਂ ਨੇ ਆਖਿਆ ਵੀ ਤੂੰ ਬੜੀ ਵਧੀਆ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਗਾਥਾ ਲਿਖੀ ਹੈ। ਕਈਆਂ ਨੇ ਉਹਨੂੰ ਕਾਫਰ ਵੀ ਕਿਹਾ, ਉਹਦੇ ਮਜ਼ਹਬ ਵਾਲਿਆਂ ਨੇ ਉਹਨੂੰ ਕਾਫਰ ਕਿਹਾ ਵੀ ਤੂੰ ਗੁਰੂ ਕਲਗੀਧਰ ਪਾਤਸ਼ਾਹ ਦੀ ਸਿਫਤ ਕੀਤੀ ਹੈ। ਪਰ ਉਸਨੇ ਆਖਿਆ, ਉਹਨੂੰ ਪੰਥ ਦੇ ਵਿੱਚੋਂ ਵੀ ਛੇਕ ਦਿੱਤਾ, ਉਹਨਾਂ ਨੇ ਆਪਣੇ ਮਜ਼ਹਬ ਵਿੱਚੋਂ ਛੇਕਿਆ। ਉਹ ਕਹਿੰਦਾ ਮੈਨੂੰ ਛੇਕ ਦਿਓ ਕੋਈ ਗੱਲ ਨਹੀਂ, ਪਰ ਕਹਿੰਦਾ ਮੈਂ ਸੱਚ ਲਿਖਣ ਤੋਂ ਗਰੇਜ ਨਹੀਂ ਕਰਾਂਗਾ। ਸ਼ਹੀਦਨ ਵਫਾ ਜਿਹੜੀ ਸੀ ਉਹ ਕਿਤਾਬ ਉਸਨੇ ਬਾਅਦ ਵਿੱਚ ਲਿਖੀ। ਤੇ ਜਦੋਂ ਕਿਸੇ ਸੱਜਣ ਨੇ ਪੁੱਛਿਆ ਨਾ ਵੀ ਤੁਸੀਂ ਪਹਿਲਾਂ ਹੀ ਐਡੀ ਵੱਡੀ ਲਿਖਤ ਨੂੰ ਇਹ ਨਾਮ ਦੇ ਦਿੱਤਾ ਤੇ ਦੂਜੀ ਲਿਖਤ ਨੂੰ ਕੀ ਨਾਮ ਦਵੋਗੇ? ਕਹਿੰਦਾ ਸ਼ਹੀਦਾਂ ਦੇ ਨਾਲ ਅਸਲੀ ਵਫਾ ਸਾਹਿਬਜ਼ਾਦਿਆਂ ਨੇ ਕੀਤੀ ਹੈ। ਜੇ ਉਹ ਡੋਲ ਜਾਂਦੇ ਤੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਅਨੇਕਾਂ ਐਸੀਆਂ ਸ਼ਹੀਦੀਆਂ ਸਾਰਿਆਂ ਤੇ ਪਰਦਾ ਪੈ ਜਾਣਾ ਸੀ। ਪਰ ਉਹਨਾਂ ਨੇ ਡਲਾਉਣ ਦਾ ਬੜਾ ਯਤਨ ਕੀਤਾ, ਪਰ ਉਹਨਾਂ ਨੇ ਵਫਾ ਕੀਤੀ, ਉਹ ਡੋਲੇ ਨਹੀਂ। ਮਾਤਾ ਗੁਜਰ ਕੌਰ ਪ੍ਰਪੱਕ ਕਰ ਰਹੀ ਹੈ। ਮਾਤਾ ਗੁਜਰ ਕੌਰ ਉਹਨਾਂ ਨੂੰ ਦਿਲਾਸਾ ਦਿੰਦੇ ਹੋਏ ਗੰਗੂ ਬ੍ਰਾਹਮਣ ਦੇ ਘਰ ਪਹੁੰਚ ਜਾਂਦੇ ਹੈ। ਥੱਕੇ ਨੇ, ਬੇਹਾਲ ਨੇ, ਪਰ ਛੋਟੇ ਛੋਟੇ ਨੰਨੇ ਨੰਨੇ ਬੱਚੇ, ਉਹਨਾਂ ਦੀਆਂ ਤਲੀਆਂ ਤੁਰ ਤੁਰ ਕੇ ਪੈਰਾਂ ਦੇ ਵਿੱਚ ਕੰਡੇ ਵੀ ਚੁਭੇ ਨੇ, ਪੈਰਾਂ ਦੇ ਵਿੱਚ ਖੂਨ ਵਹਿ ਰਿਹਾ ਹੈ। ਪਰ ਮਾਤਾ ਗੁਜਰ ਕੌਰ ਉਹਨਾਂ ਨੂੰ ਦਿਲਾਸਾ ਦਿੰਦੇ ਨੇ ਕਿ ਆਪਾਂ ਆਪਣੇ ਵੱਡੇ ਭਰਾਵਾਂ ਨੂੰ ਮਿਲਾਂਗੇ, ਪਰ ਕੋਈ ਵੀ ਚੁਣੌਤੀ, ਕੋਈ ਵੀ ਜ਼ਾਲਮ ਦੀ ਤੁਹਾਡੇ ਸਾਹਮਣੇ ਪੇਸ਼ਕਸ਼ ਆਵੇ ਤੇ ਉਹਨੂੰ ਠੁਕਰਾ ਦਿਓ, ਕਿਉਂਕਿ ਪਤਾ ਨਹੀਂ ਬਈ ਕਦੋਂ ਫੜਿਆ ਜਾਣਾ ਹੈ। ਪਰ ਗੰਗੂ ਬ੍ਰਾਹਮਣ ਨੇ ਆਖਿਆ ਤੁਸੀਂ ਸੇਫ ਜਗ੍ਹਾ ਤੇ ਪਹੁੰਚ ਗਏ ਹੋ, ਤੁਸੀਂ ਮੇਰੇ ਘਰ ਦੇ ਵਿੱਚ ਹੋ, ਹੁਣ ਡਰਨ ਦੀ ਕੋਈ ਲੋੜ ਨਹੀਂ। ਵੀ ਲਾਲਚਬਾਜ਼ ਸੀ, ਲਾਲਚੀ ਇਨਸਾਨ ਨੇ ਜਾ ਕੇ ਆਖਿਆ ਭਾਗਵਾਨੇ ਅਮੀਰ ਹੋਣਾ ਚਾਹੁੰਦੀ ਹੈ, ਮਾਤਾ ਦੇ ਕੋਲ ਮੋਹਰਾਂ ਦੀ ਪੋਟਲੀ ਹੈ, ਜ਼ਹਿਰ ਪਾ ਦੇ ਜਿਹੜਾ ਇਹਨਾਂ ਨੂੰ ਖਾਣਾ ਖਵਾਉਣਾ। ਤੇ ਕਹਿਣ ਲੱਗੇ ਵੀ ਆਪਣੀ ਮਾਂ ਨੂੰ ਵੀ ਕਹਿਣ ਲੱਗਾ। ਭਗਵਾਨ ਨੇ ਆਖਿਆ ਵੀ ਇਹ ਪਾਪ ਸਾਡੇ ਤੋਂ ਨਹੀਂ ਹੋਣਾ, ਨਮਕ ਹਰਾਮੀ ਨਾ ਬਣ। ਵੇਖੋ ਅੱਜ ਆਪਾਂ ਗੰਗੂ ਪਾਪੀ ਨੂੰ ਲਾਹਨਤਾਂ ਪਾਉਣੇ ਆ, ਪਰ ਸਾਧ ਸੰਗਤ ਜੀ ਉਹਦੇ ਸਾਰੇ ਪਰਿਵਾਰ ਨੂੰ ਲਾਹਨਤਾਂ ਨਹੀਂ ਪਾਈਆਂ ਜਾ ਸਕਦੀਆਂ। ਉਹਦੀ ਮਾਂ ਤੇ ਉਹਦੀ ਪਤਨੀ ਨੇ ਗਰੇਜ ਕਰ ਦਿੱਤਾ ਵੀ ਐਸਾ ਪਾਪ ਨਾ ਕਰ। ਜਦੋਂ ਰਾਤ ਅੱਖ ਲੱਗਦੀ ਹੈ, ਚਰਾ ਲੈਂਦਾ, ਪੋਟਲੀ ਠਾ ਲੈਂਦਾ ਉੱਥੋਂ। ਮਾਤਾ ਗੁਜਰ ਕੌਰ ਸੁੱਤੇ ਨਹੀਂ, ਸੁੱਤੇ ਕਿੱਥੋਂ ਨੀਂਦ ਆਉਂਦੀ ਹੋਵੇਗੀ? ਪਾਸੇ ਇੱਧਰ ਵੀ ਲੈ ਰਹੇ ਉੱਧਰ ਵੀ, ਪਰ ਪਰਮਾਤਮਾ ਦੇ ਨਾਲ ਵੀ ਸੁਰਤ ਹੈ। ਇੱਕ ਪਾਸੇ ਇੱਕ ਖਿਆਲ ਕਲਗੀਧਰ ਪਾਤਸ਼ਾਹ ਵਾਲੇ ਪਾਸੇ ਜਾਂਦਾ ਏ, ਵੱਡੇ ਪੋਤਿਆਂ ਵਾਲੇ ਪਾਸੇ ਜਾਂਦਾ ਏ। ਅੱਜ ਵੀ ਆਪਾਂ ਕਹਿੰਦੇ ਆ ਨਾ ਕਿ ਦਾਦੀ ਤੇ ਦਾਦਿਆਂ ਨੂੰ ਮੂਲ ਦੇ ਨਾਲੋਂ ਵਿਆਜ ਜ਼ਿਆਦਾ ਪਿਆਰਾ ਹੁੰਦਾ, ਪੋਤੇ ਬੜੇ ਪਿਆਰੇ ਹੁੰਦੇ। ਮਾਤਾ ਗੁਜਰ ਕੌਰ ਜੁਝਾਰ ਸਿੰਘ ਬਾਰੇ ਸੋਚਦੇ ਕਦੀ ਇੱਧਰ ਪਾਸਾ ਵੱਟਦੇ ਕਦੀ ਉੱਧਰ। ਰਾਤ ਸੋਦਰ ਦਾ ਪਾਠ ਵੀ ਕਰਦੇ ਨੇ। ਪਰ ਸਾਧ ਸੰਗਤ ਜੀ ਇੱਕੋ ਹੀ ਅਰਦਾਸ ਹੈ, ਤਰਸ ਪਿਆ ਮੇਰਾ ਰਾਮਤ ਹੋਈ। ਅਰਦਾਸ ਇਦਾਂ ਦੀ ਸਾਡੀ ਹੋਣੀ ਚਾਹੀਦੀ, ਸਾਨੂੰ ਵੀ ਉਹ ਸੱਜਣ ਮਿਲ ਜਾਵੇ, ਸਾਡੇ ਨਾਲ ਵੀ ਉਸ ਮਾਲਕ ਦਾ ਮਿਲਾਪ ਹੋ ਜਾਵੇ, ਸਾਡੀ ਵੀ ਉਹਦੇ ਨਾਲ ਸੁਰਤ ਜੁੜੀ ਹੋਵੇ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਏਡੀਆਂ ਵੱਡੀਆਂ ਚੁਣੌਤੀਆਂ ਦਾ ਜੇਕਰ ਫਾਈਟ ਉਹਨਾਂ ਦੇ ਨਾਲ ਕਰ ਲਈ ਸੀ, ਏਡੀਆਂ ਵੱਡੀਆਂ ਚੁਣੌਤੀਆਂ ਦੇ ਨਾਲ, ਤੇ ਉਹਦੇ ਪਿੱਛੇ ਇੱਕ ਸਪਿਰਿਟ ਸੀ, ਅਕਾਲ ਪੁਰਖ ਵਾਹਿਗੁਰੂ ਦਾ ਨਾਮ। ਨਾਮ ਸਭ ਤੋਂ ਸ੍ਰੇਸ਼ਟ ਹੈ, ਨਾਮ ਸੁੱਖ ਦੇਣ ਵਾਲਾ ਏ। ਪਰ ਸਾਧ ਸੰਗਤ ਐਸੀ ਵਿਪਤਾ ਦੇ ਵਿੱਚ ਇੱਕ ਖਿਆਲ ਜ਼ਰੂਰ ਆਪਣੀਆਂ ਨੋਹਾਂ ਵੱਲ, ਆਪਣੇ ਪਾਤਸ਼ਾਹ ਵੱਲ ਜਾਂਦਾ ਹੈ, ਗੁਰੂ ਕਲਗੀਧਰ ਪਾਤਸ਼ਾਹ ਵੱਲ। ਉਹਨਾਂ ਦਾ ਮੋਹਰਾਂ ਦੀ ਪੋਟਲੀ ਉਹਨੇ ਉਠਾ ਲਈ ਉੱਥੋਂ। ਮਾਤਾ ਨੇ ਦੇਖ ਲਿਆ ਪਰ ਬੋਲੇ ਕੁਝ ਨਹੀਂ। ਫਿਰ ਸਵੇਰ ਹੁੰਦੀ ਹੈ, ਜਦੋਂ ਚਾਹ ਪਿਉਣ ਆਉਂਦਾ ਹੈ ਨਾ, ਕਹਿਣ ਲੱਗੇ ਗੰਗੂ ਜੇਕਰ ਮੋਹਰਾਂ ਦੀ ਲੋੜ ਸੀ ਤੇ ਪੁੱਤਰ ਉੱਦਾਂ ਲੈ ਲੈਣੋ, ਚੋਰੀ ਕਰਨ ਦੀ ਕੀ ਲੋੜ ਸੀ? ਚੋਰ ਕੀ ਹਾਮਾ ਭਰੇ ਨਾ ਕੋਈ। ਸਾਡੀ ਬਾਣੀ ਤੇ ਇਹ ਕਹਿੰਦੀ ਹੈ ਚੋਰ ਕੀਆ ਚੰਗਾ ਕਿ ਹੋਏ, ਚੋਰੀ ਕਰਨ ਵਾਲਾ ਕੰਮ ਚੰਗਾ ਨਹੀਂ ਹੈ, ਤੂੰ ਕਿਉਂ ਇਦਾਂ ਕੀਤਾ? ਕਹਿਣ ਲੱਗਾ ਮਾਤਾ ਜੀ ਤੁਸੀਂ ਮੇਰੇ ਤੇ ਬਲੇਮ ਕਰਦੇ ਹੋ, ਤੁਸੀਂ ਮੈਨੂੰ ਦੋਸ਼ੀ ਠਹਿਰਾ ਦਿੱਤਾ ਏ। ਮੈਂ ਮੋਹਰਾਂ ਦੀ ਪੋਟਲੀ ਚੁੱਕ ਸਕਦਾ, ਇੱਕ ਤੇ ਤੁਹਾਨੂੰ ਘਰ ਦੇ ਵਿੱਚ ਮੈਂ ਪਨਾਹ ਦੇਵਾਂ, ਘਰ ਦੇ ਵਿੱਚ
ਤੁਹਾਡੀ ਹਿਫਾਜ਼ਤ ਕਰਾਂ। ਜ਼ਾਲਮ ਸਰਕਾਰ ਤੁਹਾਡੀ ਮੌਤ ਲੋਚਦੀ ਹੈ ਤੇ ਮੈਂ ਤੁਹਾਨੂੰ ਘਰ ਦੇ ਵਿੱਚ ਠਹਿਰਾਇਆ, ਤੁਸੀਂ ਫੇਰ ਮੇਰੇ ਤੇ ਬਲੇਮ ਕਰ ਦਿੱਤਾ। ਇੰਨਾ ਕਹਿ ਕੇ ਬਾਹਰੋਂ ਕੁੰਡਾ ਲਾ ਕੇ ਸਾਧ ਸੰਗਤ ਕੋਤਵਾਲੀ ਥਾਣੇ ਦੇ ਵਿੱਚ ਜਾ ਕੇ ਆਖਿਆ ਗੁਰੂ ਪਾਤਸ਼ਾਹ ਦੇ ਲਾਲ ਮੇਰੇ ਕੋਲ ਹੈ। ਵੱਡਾ ਇਨਾਮ ਵੀ ਉਹਨੇ ਪ੍ਰਾਪਤ ਕੀਤਾ ਸਰਕਾਰ ਦੇ ਕੋਲੋਂ। ਗੁਰੂ ਪਾਤਸ਼ਾਹ ਦੇ ਲਾਲਾਂ ਦੀ ਗ੍ਰਿਫਤਾਰੀ ਕਰਵਾਈ। ਇੱਕ ਰਾਤ ਕੋਤਵਾਲੀ ਥਾਣੇ ਦੇ ਵਿੱਚ ਫਿਰ ਸਰਹੰਦ ਚਲੇ ਜਾਂਦੇ ਹੈ। ਅੱਜ ਆਪਣੀ ਸੁਰਤ ਨੂੰ ਲੈ ਕੇ ਜਾਓ ਸਰਹੰਦ। ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰ ਕੌਰ, ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਆਪਣੇ ਪੋਤਿਆਂ ਨੂੰ ਸਪਿਰਿਟ ਕਿੱਦਾਂ ਭਰਦੀ ਹੈ। ਕਹਿੰਦੇ ਵੇਖਿਓ ਡੋਲ ਨਾ ਜਾਇਓ, ਡੋਲਣ ਤੇ ਰਾਖੋ ਪ੍ਰਭੂ। ਅਰਦਾਸ ਇਹੋ ਕਰਦੇ ਵੀ ਜੇ ਕਿਤੇ ਡੋਲਣ ਤੇ ਗੁਰੂ ਕਲਗੀਧਰ ਪਾਤਸ਼ਾਹ ਆਪਣਾ ਹੱਥ ਦੇ ਕੇ ਆਪਣੇ ਬੱਚਿਆਂ ਨੂੰ ਆਪ ਹੀ ਰੱਖ ਲਿਓ। ਕਿਉਂਕਿ ਪਹਿਲੇ ਦਿਨ ਜਦੋਂ ਕਚਹਿਰੀ ਲੱਗਦੀ ਹੈ, ਸਵਾਲ ਜਵਾਬਾਂ ਤੋਂ ਪਤਾ ਲੱਗ ਗਿਆ ਕਿ ਹੁਣ ਜਿਹੜੀ ਦੂਜੀ ਸਭਾ ਲੱਗੇਗੀ ਉਹਦੇ ਵਿੱਚ ਇਹਨਾਂ ਨੂੰ ਮੌਤ ਦੀ ਸਜ਼ਾ ਹੋ ਜਾਣੀ ਹੈ। ਤੇ ਸਾਧ ਸੰਗਤ ਜੀ ਖਿਆਲ ਕਰਿਓ, ਕੇਵਲ ਥੋੜਾ ਸਮਾਂ ਹੀ ਹੈ ਆਪਣੇ ਕੋਲ। ਜਦੋਂ ਪਹਿਲੀ ਸਭਾ ਲੱਗਦੀ ਹੈ ਤੇ ਉਹਨਾਂ ਜ਼ਾਲਮਾਂ ਨੇ ਕੀਤਾ ਕਿ ਵੀ ਇਹ ਸਿਰ ਝੁਕਾਉਣਗੇ। ਡਿਉੜੀ ਦਾ ਵੱਡਾ ਬੂਹਾ ਬੰਦ ਕਰ ਦਿੱਤਾ, ਛੋਟੀ ਬਾਰੀ ਖੋਲ ਦਿੱਤੀ, ਸਿਰ ਝੁਕਾ ਕੇ ਲੰਘਣਗੇ। ਵਜ਼ੀਰ ਖਾਨ ਨੂੰ ਕਵਾਂਗੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਛੋਟੇ ਲਾਲਾ ਨੇ ਸੀਸ ਝੁਕਾ ਦਿੱਤਾ ਤੇ ਤਾੜੀਆਂ ਮਾਰ ਕੇ ਹੱਸਣ ਲੱਗ ਜਾਵਾਂਗੇ। ਉਹਨਾਂ ਵਾਸਤੇ ਬੜੀ ਵੱਡੀ ਪ੍ਰਾਪਤੀ ਸੀ। ਪਰ ਗੁਰੂ ਦੇ ਲਾਲਾ ਨੇ ਸੀਸ ਨਹੀਂ ਝੁਕਾਇਆ। ਸੱਜੀ ਲੱਤ ਅੱਗੇ ਰੱਖ ਕੇ ਸਰੀਰ ਅਕੜਾ ਕੇ ਸਿਰ ਉੱਚਾ ਕਰਕੇ ਗੜੀ ਦੇ ਵਿੱਚ ਉੱਥੇ ਸਭਾ ਦੇ ਵਿੱਚ ਪ੍ਰਵੇਸ਼ ਹੁੰਦੇ ਆ। ਸਾਰਿਆਂ ਦੀਆਂ ਉਂਗਲਾਂ ਮੂੰਹ ਦੇ ਵਿੱਚ ਪੈ ਗਈਆਂ। ਹੈਰਾਨ ਰਹਿ ਗਏ ਕਿ ਇਹ ਛੋਟੇ ਜਿਹੇ ਬਾਬੇ ਸੁਰਤ ਕਰਕੇ ਇੰਨੀ ਉੱਚੇ ਆ। ਅਕਲ ਦੇਖੋ ਇਹਨਾਂ ਦੀ, ਸੁਰਤ ਦੇ ਵਿੱਚ ਕੈਸੀ ਸਪਿਰਿਟ ਇਹਨਾਂ ਦੀ ਭਰੀ ਹੋਈ ਹੈ। ਫਿਰ ਸਾਧ ਸੰਗਤ ਜਦੋਂ ਜਾ ਕੇ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਹੁੰਦੇ ਆ, ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਤੇ ਵਜ਼ੀਰ ਖਾਨ ਵੀ ਘਬਰਾ ਉੱਠਿਆ, ਕਹਿਣ ਲੱਗਾ ਇੱਥੇ ਇਹ ਫਤਿਹ ਨਹੀਂ ਬਣਾਉਣੀ, ਇੱਥੇ ਸਲਾਮ ਕੀਤੀ ਜਾਂਦੀ ਹੈ। ਕਹਿੰਦੇ ਅਸੀਂ ਸਲਾਮ ਸਜਦਾ ਆਪਣੇ ਮਾਲਕ ਨੂੰ ਕਰਦੇ ਆ ਤੇ ਜਾਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਕਰਦੇ ਆ। ਕਹਿਣ ਲੱਗਾ ਸਭ ਤੋਂ ਪਹਿਲਾਂ ਵਜ਼ੀਰ ਖਾਨ ਨੇ ਇਹ ਆਖਿਆ ਵੀ ਐਸਾ ਪਾਪ ਮੈਂ ਤਾਂ ਨਾ ਕਰਾਂ। ਕਹਿਣ ਲੱਗੇ ਮਲੇਰ ਕੋਟਲੇ ਦੇ ਖਾਨ ਨੂੰ ਆਖਿਆ ਵੀ ਗੁਰੂ ਪਾਤਸ਼ਾਹ ਦੇ ਛੋਟੇ ਫਰਜ਼ੰਦ ਫੜੇ ਗਏ ਆ, ਤੁਸੀਂ ਇਹਨਾਂ ਤੋਂ ਬਦਲਾ ਲੈ ਸਕਦੇ ਜੋ, ਕਿਉਂਕਿ ਚਮਕੌਰ ਦੀ ਗੜੀ ਦੇ ਵਿੱਚ ਤੁਹਾਡੇ ਵੱਡੇ ਭਰਾ ਮਾਰੇ ਗਏ ਆ, ਇਹਨਾਂ ਤੋਂ ਬਦਲਾ ਲੈ ਲਵੋ। ਤੇ ਸਾਧ ਸੰਗਤ ਜੀ ਵੇਖੋ, ਕਈ ਵਾਰ ਨਾ ਜ਼ੁਲਮ ਹੁੰਦਾ ਹੋਵੇ ਤੇ ਆਪਾਂ ਕਹਿੰਦੇ ਕੀ ਬੋਲਣ ਦੀ ਲੋੜ ਹੈ, ਸਾਨੂੰ ਕੀ ਲੱਗੇ। ਪਰ ਇੱਥੇ ਜ਼ੁਲਮ ਹੋ ਰਿਹਾ ਸੀ। ਮਲੇਰ ਕੋਟਲੇ ਦੇ ਖਾਨ ਨੇ ਹਾ ਦਾ ਨਾਰਾ ਮਾਰਿਆ। ਕਹਿਣ ਲੱਗਾ ਵਜ਼ੀਰ ਖਾਨ ਸ਼ਰ੍ਹਾ ਦੇ ਉਲਟ ਜਾ ਰਿਹਾ, ਛੋਟੇ ਬੱਚਿਆਂ ਤੇ ਕੌਣ ਪਾਪ ਕਰਦਾ ਹੁੰਦਾ। ਜੋਗੀ ਅੱਲਾ ਯਾਰ ਖਾਂ ਜੀ ਲਿਖਦੇ, ਕਹਿੰਦੇ ਉਹਨੇ ਆਖਿਆ ਬਦਲਾ ਹੀ ਲੈਣਾ ਹੋਗਾ तो लेंगे बाप से। ਬਦਲਾ ਲੈਣਾ ਹੈ, ਐਸੀ ਗੱਲ ਨਹੀਂ। ਗੈਰਤ ਹੈ ਸਾਡੇ ਅੰਦਰ। ਸਾਡੇ ਵੱਡੇ ਭਰਾਵਾਂ ਨੂੰ ਮਾਰਿਆ ਗੁਰੂ ਕਲਗੀਧਰ ਪਾਤਸ਼ਾਹ ਨੇ। ਬਦਲਾ ਲੈਣਾ ਹੋਗਾ ਤੇ ਇਹਨਾਂ ਦੇ ਪਿਓ ਤੋਂ ਲਵਾਂਗੇ, ਇਹਨਾਂ ਦੇ ਬਾਪ ਤੋਂ ਲਵਾਂਗੇ। ਮਹਿਫੂਜ਼ ਹਮੇ ਦੂਰ ਰੱਖੇ ਖੁਦਾ ਐਸੇ ਪਾਪ ਸੇ, ਸਾਨੂੰ ਦੂਰ ਹੀ ਰੱਖੇ, ਇਹ ਪਾਪ ਅਸੀਂ ਨਹੀਂ ਕਮਾ ਸਕਦੇ। ਫਿਰ ਸਾਧ ਸੰਗਤ ਸੁੱਚਾ ਆਨੰਦ ਨੇ ਆਖਿਆ ਵਜ਼ੀਰ ਖਾਨ ਜੀ ਕਿਤੇ ਆਪਾਂ ਇਹਨਾਂ ਨੂੰ ਛੱਡ ਦਿੱਤਾ, ਇਹ ਸੱਪ ਦੇ ਬੱਚੇ ਸਪੋਲੀਏ ਮਸਲ ਦੇਣੇ ਚਾਹੀਦੇ ਆ। ਪਰ ਸਾਰੇ ਇਤਿਹਾਸ ਤੋਂ ਵਾਕਿਫ ਆ ਵੀ ਉੱਥੇ ਹੋਰ ਵੀ ਗੱਲਾਂ ਬਾਤਾਂ ਇਹ ਹੁੰਦੀਆਂ, ਡਰਾਇਆ ਧਮਕਾਇਆ ਜਾਂਦਾ ਹੈ, ਲਾਲਚ ਦਿੱਤੇ ਜਾਂਦੇ ਆ। ਪਰ ਉਹ ਲਾਲਚ ਦੇ ਵਿੱਚ, ਡਰਾ ਧਮਕਾ ਦੇ ਵਿੱਚ ਨਹੀਂ ਆਏ। ਅਣਖ ਤੇ ਗੈਰਤ ਦੇ ਨਾਲ ਦੋਵੇਂ ਫਰਜ਼ੰਦਾਂ ਨੇ ਚੜ੍ਹਦੀ ਕਲਾ ਦੇ ਨਾਲ ਜਵਾਬ ਦਿੱਤੇ ਹੈ। ਵਜ਼ੀਰ ਖਾਨ ਵੀ ਸੋਚਾਂ ਦੇ ਵਿੱਚ ਪੈ ਗਿਆ। ਕਹਿੰਦਾ ਇੱਕ ਰਾਤ ਦਿੰਨੇ ਆ, ਤੁਸੀਂ ਸੋਚ ਸਕਦੇ ਤਾਂ ਅੱਜ ਦੀ ਉਹ ਰਾਤ ਹੈ। ਮਾਤਾ ਗੁਜਰ ਕੌਰ ਆਪਣੇ ਪੋਤਿਆਂ ਨੂੰ ਵਾਰ-ਵਾਰ ਚੁੰਮਦੀ ਹੈ। ਭੁੱਖੇ ਨੇ। ਮੋਤੀ ਰਾਮ ਮਹਿਰੇ ਨੂੰ ਪਤਾ ਲੱਗਾ ਵੀ ਗੁਰੂ ਪਾਤਸ਼ਾਹ ਦੇ ਲਾਲ ਭੁੱਖੇ ਨੇ। ਉਹਨੇ ਸਾਧ ਸੰਗਤ ਜੀ ਜੋ ਵੀ ਉਹਦੇ ਕੋਲ ਉਸ ਵਕਤ ਪ੍ਰਬੰਧ, ਦੁੱਧ ਦਾ ਗੜਵਾ ਲੈ ਕੇ ਪਹੁੰਚ ਗਿਆ। ਘਰ ਵਾਲੀ ਦੀਆਂ ਟੂੰਕਾਂ ਸੰਤਰੀ ਨੂੰ ਦੇ ਕੇ ਖਰੀਦਿਆ, ਅੰਦਰ ਪ੍ਰਵੇਸ਼ ਹੋਇਆ। ਮਾਤਾ ਗੁਜਰ ਕੌਰ ਦੇ ਲਾਲਾਂ ਦੀ ਸੇਵਾ ਦੁੱਧ ਪਿਆ ਕੇ ਕੀਤੀ। ਅਮੇਜ਼ਨ ਕਰੋ, ਅਹਿਸਾਸ ਕਰੋ ਇਹਨਾਂ ਦਿਨਾਂ ਦੇ ਵਿੱਚ ਕਿ ਜਿੱਥੇ ਏਡਾ ਤੇਜ਼ ਹਵਾ ਦਾ ਪੁਰਾ ਵਗ ਰਿਹਾ ਹੈ, ਜਿਹੜਾ ਠੰਡਾ ਬੁਰਜ ਸੀ ਨਾ ਸਾਧ ਸੰਗਤ,
ਉੱਥੇ ਬਾਦਸ਼ਾਹ ਸਲਾਮਤ ਗਰਮੀਆਂ ਦੇ ਦਿਨਾਂ ਦੇ ਵਿੱਚ ਹਵਾ ਦਾ ਆਨੰਦ ਲੈਣ ਵਾਸਤੇ ਬੈਠਦਾ ਸੀ, ਤੇ ਸਿਆਲ ਦੇ ਵਿੱਚ ਐਸੇ ਦਿਨਾਂ ਦੇ ਵਿੱਚ ਉੱਥੇ ਕੀ ਹਾਲ ਹੁੰਦਾ ਹੋਵੇਗਾ। ਮਾਤਾ ਗੁਜਰ ਕੌਰ ਹੱਡ ਚੀਰਵੀਂ ਠੰਡ ਹੈ, ਹੱਡ ਚੀਰਵੀਂ ਠੰਡ। ਹੁਣ ਵੀ ਆਪਾਂ ਗਲੋਬਲ ਜਾਂ ਸਾਇੰਸ ਦੇ ਨਾਲ ਦੇਖੀਏ ਤੇ ਉਨੀ ਉਸ ਮੁਤਾਬਕ ਹੁਣ ਇੰਨੀ ਠੰਡ ਨਹੀਂ ਅਜੇ ਪੈਂਦੀ। ਉਸ ਵਕਤ ਬਹੁਤ ਜ਼ਿਆਦਾ ਠੰਡ ਪੈਂਦੀ ਸੀ ਉੱਥੇ, ਕਿਉਂਕਿ ਪਹਾੜੀ ਏਰੀਆ ਹੋਣ ਕਰਕੇ ਉੱਥੇ ਠੰਡ ਵੀ ਜ਼ਿਆਦਾ ਪੈਂਦੀ ਹੈ। ਪਰ ਗੁਰੂ ਦੇ ਲਾਲ ਮਾਲਕ ਦੇ ਭਾਣੇ ਦੇ ਵਿੱਚ ਗੁਰੂ ਪਾਤਸ਼ਾਹ ਦੀਆਂ ਸਾਖੀਆਂ ਮਾਤਾ ਗੁਜਰ ਕੌਰ ਨੇ ਆਪਣੇ ਪਤੀ ਦੀਆਂ ਹੋਰ ਵੀ ਨੇਕਾਂ ਸਾਖੀਆਂ ਸੁਣਾ ਕੇ ਉਹਨਾਂ ਨੂੰ ਸਟਰੋਂਗ ਕਰ ਦਿੱਤਾ ਵੀ ਕਾਲੇ ਡੋਲ ਨਾ ਜਾਣ। ਫਿਰ ਜਦੋਂ ਸਵੇਰੇ ਜਾਣਾ ਹੈ, ਸਵੇਰ ਵੇਲੇ ਨਿਤਨੇਮ ਬਾਣੀ ਦਾ ਪਾਠ ਕਰਕੇ ਗੁਰੂ ਕਲਗੀਧਰ ਪਾਤਸ਼ਾਹ ਦੇ ਫਰਜ਼ੰਦਾਂ ਨੂੰ ਤਿਆਰ ਕੀਤਾ। ਜੋਗੀ ਜੀ ਲਿਖਦੇ ਨੇ, ਮਾਤਾ ਜੀ ਨੇ ਆਖਿਆ ਜਾਣੇ ਸੇ ਪਹਿਲੇ ਆਓ ਗਲੇ ਤੋਂ ਲਗਾ ਲਵਾਂ, ਆਓ ਜਾਣ ਤੋਂ ਪਹਿਲਾਂ ਤੁਹਾਨੂੰ ਘੁੱਟ ਕੇ ਗਲ ਵਕੜੀ ਤੇ ਪਾ ਲਵਾਂ, ਜਾਣੇ ਸੇ ਪਹਿਲੇ ਮੂੰਹ ਤੋਂ ਦਲਾ ਲਵਾਂ, ਤੁਹਾਡਾ ਮੂੰਹ ਤੇ ਚੰਗੀ ਤਰ੍ਹਾਂ ਧੋ ਦਵਾਂ, ਨੰਨੀ ਸੀ ਕਲਗੀ ਸਿਰ ਪੇ ਸਜਾ ਤੋਂ ਲਵਾਂ। ਪਤਾ ਸੀ ਵੀ ਲਾੜੀ ਮੌਤ ਨੂੰ ਵਿਆਹੁਣ ਚੱਲੇ ਆ, ਅਸੀਂ ਵੀ ਇੱਕ ਦਿਨ ਮੌਤ ਨੇ ਸਾਨੂੰ ਵੀ ਵਿਆਹ ਕੇ ਲੈ ਜਾਣਾ। ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਇਹ ਜਿਹੜੀ ਜਿੰਦ ਹੈ ਨਾ, ਇਹ ਜਿੰਦ ਵਿਚਾਰੀ ਵਹੁਟੀ ਹੈ ਤੇ ਮੌਤ ਇਹਦਾ ਲਾੜਾ ਏ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ। ਤੇ ਮਾਤਾ ਗੁਜਰ ਕੌਰ ਨੂੰ ਪਤਾ ਸੀ ਲਾੜੀ ਮੌਤ ਨੂੰ ਵਿਆਹੁਣ ਚੱਲੇ ਐ। ਖੁਸ਼ੀ ਦੇ ਨਾਲ ਵਿਦਾ ਕੀਤਾ ਤੇ ਸਾਧ ਸੰਗਤ ਵਜ਼ੀਰ ਖਾਨ ਦੀ ਸਭਾ ਲੱਗੀ ਹੋਈ ਹੈ। ਕਹਿਣ ਲੱਗਾ ਅਜੇ ਵੀ ਜੇ ਤੁਹਾਡਾ ਮਨ ਬਣਿਆ ਤੇ ਤੁਸੀਂ ਦੱਸ ਸਕਦੇ ਹੋ। ਕਹਿਣ ਲੱਗੇ ਨਹੀਂ, ਸ਼ਹੀਦ ਹੋਣਾ ਪ੍ਰਵਾਨ ਹੈ। ਫਿਰ ਸਾਧ ਸੰਗਤ ਉੱਥੇ ਨੀਹਾਂ ਦੇ ਵਿੱਚ ਚਿਣ ਦਿੱਤਾ। ਨੀਹਾਂ ਦੇ ਵਿੱਚ ਉਹਨਾਂ ਦਾ ਸਾਹ ਘੁੱਟਿਆ ਜਾਂਦਾ ਏ ਤੇ ਕੰਧ ਡਿੱਗ ਜਾਂਦੀ ਹੈ। ਸਾਹ ਰਗਾਂ ਤੋਂ ਫੜ ਕੇ ਉਹਨਾਂ ਦੀ ਸਾਹ ਰਗ ਵੱਢੀ ਜਾਂਦੀ ਹੈ। ਇਹੋ ਜਿਹੇ ਜ਼ੁਲਮ ਉਹਨਾਂ ਪਾਪੀਆਂ ਨੇ ਕੀਤੇ। ਦੋਨੋਂ ਛੋਟੇ ਸਾਹਿਬਜ਼ਾਦੇ ਕੱਲ ਦੇ ਦਿਨ ਸ਼ਹਾਦਤ ਦਾ ਜਾਮ ਪੀ ਗਏ। ਮਾਤਾ ਗੁਜਰ ਕੌਰ ਨੂੰ ਮੋਤੀ ਰਾਮ ਮਹਿਰੇ ਨੇ ਆਖਿਆ ਮਾਤਾ ਜੀ ਨਾ ਡੀਕੋ ਉਹਨਾਂ ਨੂੰ, ਉਹਨਾਂ ਵਾਪਸ ਨਹੀਂ ਆਉਣਾ। ਫਿਰ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਾਤਾ ਗੁਜਰ ਕੌਰ ਉਸ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦੀ ਹੈ, ਸ਼ੁਕਰ ਹੈ ਸਾਡੀ ਨਿਭ ਗਈ, ਸ਼ੁਕਰ ਹੈ ਉਹ ਤੁਹਾਡੇ ਛੋਟੇ ਲਾਲ ਗੁਰੂ ਕਲਗੀਧਰ ਪਾਤਸ਼ਾਹ ਨਹੀਂ ਡੋਲੇ। ਤੇ ਸਾਧ ਸੰਗਤ ਸਾਡਾ ਮਨ ਬੜਾ ਡੋਲਦਾ ਹੈ। ਆਪਣੇ ਮਨ ਨੂੰ ਮਜ਼ਬੂਤ ਕਰੀਏ, ਗੁਰੂ ਤੇ ਪ੍ਰਤੀਤ ਬਣਾਈਏ, ਗੁਰੂ ਦੀ ਸਿੱਖੀ ਘਰ ਦੇ ਵਿੱਚ ਲੈ ਕੇ ਆਈਏ, ਗੁਰੂ ਦੀਆਂ ਸਿੱਖੀ ਦੀਆਂ ਜਿਹੜੀਆਂ ਜੜ੍ਹਾਂ ਕਮਜ਼ੋਰ ਨਾ ਪੈਣ ਦਈਏ। ਆਪਣੇ ਬੱਚਿਆਂ ਦੇ ਉੱਪਰ ਸੋਹਣੀਆਂ ਦਸਤਾਰਾਂ ਸਿਰਾਂ ਤੇ ਸਜਾ ਕੇ ਸੁਨੇਹਾ ਦਈਏ, ਗੁਰੂ ਕਲਗੀਧਰ ਪਾਤਸ਼ਾਹ ਤੁਸੀਂ ਕਿਹਾ ਸੀ ਨਾ ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਤੇ ਵਾਕਿਆ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਮੇਰਾ ਪੋਤਾ, ਮੇਰਾ ਪੁੱਤ, ਮੇਰੀ ਧੀ ਆ ਰਹੀ ਹੈ। ਅੱਜ ਇਹੀ ਝਾਤੀ ਮਾਰਨ ਦੀ ਲੋੜ ਹੈ, ਇਹੀ ਸਬਕ ਹੈ। ਆਪਾਂ ਇਹ ਦਿਹਾੜੇ ਮਨਾ ਰਹੇ ਹਾਂ ਮੁਬਾਰਕ, ਪਰ ਆਪਾਂ ਇੱਕ ਸੁਨੇਹਾ ਇਹ ਲਈਏ ਵੀ ਗੁਰੂ ਦੀ ਸਿੱਖੀ ਸਾਡੇ ਘਰਾਂ ਦੇ ਵਿੱਚ ਹੈ। ਉਹਨਾਂ ਬਾਬਿਆਂ ਤੇ ਇਹ ਆਖਿਆ ਸੀ ਹਮ ਜਾਨ ਦੇकर औरों की जाने बचा चले, ਸਿੱਖੀ ਕੀ ਨੀਂਵ ਹਮ ਸरों पे ਉਠਾ ਚੱਲੇ। ਸਿੱਖੀ ਦੀ ਨੀਂਹ ਹੋਰ ਮਜ਼ਬੂਤ ਕੀਤਾ ਤੇ ਪੱਕਿਆਂ ਹੋਈਏ, ਕੱਚੇ ਸਿੱਖ ਨਾ ਬਣੀਏ, ਪੱਕੇ ਸਿੱਖ ਬਣੀਏ। ਗੁਰੂ ਦੀਆਂ ਬੇਦਬੀਆਂ ਹੋ ਰਹੀਆਂ, ਇਹ ਕੋਈ ਛੋਟਾ ਪੁਆਇੰਟ ਨਹੀਂ ਸਾਡੇ ਸਾਹਮਣੇ। ਮਾਹੌਲ ਖਰਾਬ ਕੀਤਾ ਜਾ ਰਿਹਾ। ਗੁਰੂ ਘਰਾਂ ਦੇ ਵਿੱਚ ਗੁਰੂ ਘਰ ਰੋਜ਼ ਆਈਏ, ਭਾਈ ਸਾਹਿਬ ਨਾਲ ਸੇਵਾ ਕਰਾਈਏ, ਬਾਣੀ ਆਪ ਪੜ੍ਹੀਏ, ਆਪਣੇ ਬੱਚਿਆਂ ਨੂੰ ਪੜ੍ਹਾਈਏ, ਗੁਰਮਤ ਕਲਾਸਾਂ ਜ਼ਰੂਰ ਲਗਾਈਏ। ਫਿਰ ਆਪਾਂ ਸਾਧ ਸੰਗਤ ਆਪਣੇ ਭਵਿੱਖ ਨੂੰ ਸਵਾਰ ਸਕਦੇ ਆ। ਫਿਰ ਆਪਣਾ ਇਹਨਾਂ ਬੱਚਿਆਂ ਨੂੰ ਜਿਹੜਾ ਸ਼ਹੀਦੀ ਦਿਹਾੜੇ ਮਨਾਏ ਸਾਡੇ ਪ੍ਰਵਾਨ ਹੈ, ਅੱਜ ਦੇ ਦਿਨ ਇਹ ਸਿਜਦਾ ਕਰ ਰਹੇ ਹੈ ਤੇ ਇੱਕ ਐਦ ਲਈਏ, ਪ੍ਰਣ ਕਰੀਏ ਅਸੀਂ ਘਰ ਦੇ ਵਿੱਚ ਨਿਤਨੇਮ ਹਰ ਰੋਜ਼ ਕਰਨਾ, ਸੋਦਰ ਬਾਣੀ ਦਾ ਪਾਠ ਕਰਨਾ, ਸੋਹਿਲਾ ਸਾਹਿਬ ਬਾਣੀ ਦਾ ਪਾਠ ਕਰਨਾ। ਪ੍ਰਬੰਧਕ ਵੀਰਾਂ ਦਾ ਧੰਨਵਾਦ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਹੈ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਗੁਰੂ ਦੇ ਬਚਨ ਆਪਣੇ ਹਿਰਦੇ ਵਿੱਚ ਵਸਾਉਣੇ, ਤੇ ਜੇ ਕੋਈ ਗੁਸਤਾਖੀ ਹੈ ਉਦਾਸ ਦੀ ਝੋਲੀ ਵਿੱਚ ਪਾ ਦੇਣੀ। ਦਿਓ ਜੀ ਅਸੀਸ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।